ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪ੍ਰੋਫੈਸਰ ਸਤਨਾਮ ਸਿੰਘ ਸੰਧੂ ਮੌਜੂਦ ਨੇ, ਉੱਘੇ ਸਿਆਸੀ ਮਾਹਰ ਨੇ। ਅਸੀਂ ਗੱਲਬਾਤ ਕਰਾਂਗੇ ਕਿ ਇੱਕ ਪਾਸੇ ਤਾਂ ਬੀਜੇਪੀ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਸਿਆਸਤ ਦੇ ਵਿੱਚ 20 ਸਾਲਾਂ ਦੇ ਜਸ਼ਨ ਮਨਾ ਰਹੀ ਹੈ ਕਿ 20 ਸਾਲ ਹੋ ਗਏ ਉਹਨਾਂ ਨੂੰ। 2001 ਦੇ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਬਣੇ ਤੇ ਉਹਨਾਂ ਦੀਆਂ ਪ੍ਰਾਪਤੀਆਂ ਗਿਣਵਾਈਆਂ ਜਾ ਰਹੀਆਂ ਨੇ, ਜਿੱਥੋਂ ਲੈ ਕੇ ਉਹਨਾਂ ਨੇ ਸਫ਼ਰ ਸ਼ੁਰੂ ਕੀਤਾ ਤੇ ਅੱਜ ਜਿੱਥੇ ਪਹੁੰਚੇ। ਪਰ 2014 ਤੋਂ ਬਾਅਦ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਨੇ, ਜਿਸ ਤਰੀਕੇ ਦੇ ਫੈਸਲੇ ਕੇਂਦਰ ਦੀ ਸਰਕਾਰ ਵੱਲੋਂ ਲਏ ਗਏ, ਉਹਨੂੰ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਦੀ ਸ਼ਖਸੀਅਤ ਤੇ ਸਵਾਲ ਉੱਠੇ ਜਾਂ ਵਿਰੋਧੀਆਂ ਦੇ ਉੱਤੇ ਇਲਜ਼ਾਮ ਲਗਾਏ ਗਏ ਬੀਜੇਪੀ ਵੱਲੋਂ ਕਿ ਉਹਨਾਂ ਦੇ ਅਕਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਹੈ। ਫੈਸਲੇ ਸਾਡੇ ਸਾਹਮਣੇ ਨੇ ਕਿ ਨੋਟਬੰਦੀ ਤੋਂ ਲੈ ਕੇ ਆਖਰੀ ਜਿਹੜਾ ਹੁਣ ਕਿਸਾਨੀ ਅੰਦੋਲਨ ਜਿਸ ਦੇ ਸਿਰ ਤੇ ਖੜਾ ਹੋਇਆ, ਖੇਤੀ ਕਾਨੂੰਨਾਂ ਦਾ ਮੁੱਦਾ, ਇਸ ਨੇ ਬਿਰਤਾਂਤ ਜਿਹੜਾ ਇਸ ਤਰੀਕੇ ਦਾ ਸਿਰਜ ਦਿੱਤਾ ਹੈ ਕਿ ਮੰਨਿਆ ਇਹ ਜਾ ਰਿਹਾ, ਜਿਹੜੀਆਂ ਚਰਚਾਵਾਂ ਨੇ ਕਿ ਸੱਤਾਧਾਰੀ ਧਿਰ ਜਿੰਨੀ ਵੀ ਮਰਜ਼ੀ ਤਾਕਤਵਰ ਹੋਵੇ ਤੇ ਵਿਰੋਧੀ ਜਿੰਨੇ ਮਰਜ਼ੀ ਕਮਜ਼ੋਰ ਹੋਣ, ਇੱਕ ਬਿਰਤਾਂਤ ਜਿਹੜਾ ਉਹ ਸਿਆਸਤ ਨੂੰ, ਪੂਰੀਆਂ ਘਟਨਾਵਾਂ ਨੂੰ ਵੇਖਦਿਆਂ ਉਹ ਬਦਲ ਕੇ ਰੱਖ ਦਿੰਦਾ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਧੰਨਵਾਦ ਜੀ, ਧੰਨਵਾਦ। ਪ੍ਰੋਫੈਸਰ ਕਿੱਦਾਂ ਦੇਖਦੇ ਹੋ? ਬੀਜੇਪੀ ਤਾਂ ਬੜੇ ਗੁਣਗਾਨ ਕਰ ਰਹੀ ਹੈ ਪ੍ਰਧਾਨ ਮੰਤਰੀ ਸਾਹਿਬ ਦੇ, ਕਹਿੰਦੇ ਕਦੇ ਸਰਪੰਚ ਵੀ ਨਹੀਂ ਸੀ ਬਣੇ ਤੇ ਹੁਣ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਹੋਏ ਨੇ। ਗੁਜਰਾਤ ਦਾ ਮਾਡਲ ਅੱਜ ਵੀ ਦਿਖਾਇਆ ਜਾ ਰਿਹਾ। ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣੀ, ਬਹੁਤੇ ਚੈਨਲਾਂ ਦੇ ਉੱਤੇ ਤੁਸੀਂ ਸੁਣਿਆ ਹੋਣਾ ਕਿ ਉਹਨਾਂ ਦੀਆਂ ਇੰਟਰਵਿਊਜ਼ ਚੱਲ ਰਹੀਆਂ ਨੇ। ਦੇਖੋ, ਚੀਫ ਮਿਨਿਸਟਰ ਦੇ ਤੌਰ ਤੇ ਔਰ ਪ੍ਰਧਾਨ ਮੰਤਰੀ ਦੇ ਤੌਰ ਤੇ ਜਿਹੜਾ ਵੀ ਵਿਅਕਤੀ 20 ਸਾਲ ਪੂਰੇ ਕਰਦਾ ਹੈ ਤਾਂ ਉਸ ਦੀ ਪਿੱਠ ਤੇ ਖੜੀ ਪਾਰਟੀ ਦਾ ਗੁਣਗਾਨ ਕਰਨਾ ਤਾਂ ਕੁਦਰਤੀ ਤੌਰ ਤੇ ਬਣਦਾ ਹੀ ਹੈ, ਕਿਉਂਕਿ ਲੋਕ ਭਾਵੇਂ ਇਸ ਦੇ ਬਾਰੇ ਕੁਝ ਵੀ ਕਹਿਣ, ਪਰ ਇੰਨੀ ਕੁ ਤਾਂ ਆਪਾਂ ਮੋਦੀ ਦੀ ਪ੍ਰਾਪਤੀ ਮੰਨਦੇ ਹਾਂ ਕਿ ਉਹ ਘੱਟੋ ਘੱਟ 20 ਸਾਲ ਤੱਕ ਲੋਕਾਂ ਨੂੰ ਆਪਣੀ ਰਾਜ ਸੱਤਾ ਹਾਸਲ ਕਰਨ ਲਈ ਮਗਰ ਲਾ ਕੇ ਰੱਖਣ ਵਿੱਚ ਕਾਮਯਾਬ ਰਿਹਾ। ਜਿੱਥੋਂ ਤੱਕ ਮੋਦੀ ਦੀ ਸਿਆਸਤ ਦੇ 20 ਸਾਲਾਂ ਦੀ ਗੱਲ ਹੈ ਜਾਂ ਉਹਨਾਂ ਦੀ ਪਾਰਟੀ ਦੇ ਗੁਣਗਾਨ ਦੀ ਗੱਲ ਹੈ, ਇਹ ਸਾਰੇ ਅਸੀਂ ਸਿਸਟਮ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਦੇਖ ਸਕਦੇ ਹਾਂ। ਪਹਿਲਾ ਫੇਜ਼ ਉਹ ਹੈ ਜਦੋਂ ਮੋਦੀ ਨੇ ਆਪਣੀ ਰਾਜਨੀਤੀ ਗੁਜਰਾਤ ਤੋਂ ਸ਼ੁਰੂ ਕਰੀ ਸੀ। ਗੁਜਰਾਤ ਦੇ ਵਿੱਚ ਉਹ ਮੁੱਖ ਮੰਤਰੀ ਬਣੇ ਤੇ ਮੋਦੀ ਦੀ ਰਾਜਨੀਤੀ ਦਾ ਇੱਕ ਉਗੜਵਾਂ ਪੱਖ ਇਹ ਵੀ ਹਮੇਸ਼ਾ ਹੀ ਰਿਹਾ, ਭਾਵੇਂ ਉਹ ਗੁਜਰਾਤ ਵਿੱਚ ਰਹੇ ਆ ਭਾਵੇਂ ਕੇਂਦਰ ਵਿੱਚ, ਉਹਨਾਂ ਨੇ ਜਲਦੀ ਆਪਣੇ ਨੇੜੇ ਕੋਈ ਆਪੋਨੈਂਟ ਖੜਾ ਨਹੀਂ ਹੋਣ ਦਿੱਤਾ। ਉੱਥੇ ਵੀ ਉਹਨਾਂ ਨੇ ਮੋਨੋਪੋਲੀ ਵਾਲੀ ਰਾਜਨੀਤੀ ਕੀਤੀ ਤੇ ਜਦੋਂ ਹੀ ਉਹ ਕੇਂਦਰ ਦੇ ਵਿੱਚ ਪ੍ਰਵੇਸ਼ ਕਰਦੇ ਆ ਤਾਂ ਸਭ ਤੋਂ ਪਹਿਲਾਂ ਆ ਕੇ ਉਹਨਾਂ ਨੇ ਬੀਜੇਪੀ ਦੀ ਪੁਰਾਣੀ ਲੀਡਰਸ਼ਿਪ ਤੇ ਝਾੜੂ ਫੇਰਿਆ। ਸਭ ਤੋਂ ਪਹਿਲਾਂ ਉਹਨਾਂ ਨੇ LK ਅਡਵਾਨੀ, ਸਿਨੇ, ਉਸ ਤੋਂ ਬਾਅਦ ਮੁਰਲੀ ਮਨੋਹਰ ਜੋਸ਼ੀ ਵਰਗੇ ਉਹ ਸੀਜ਼ਨਡ ਲੀਡਰ ਜਿਨ੍ਹਾਂ ਬਾਰੇ ਉਹਨਾਂ ਨੇ ਕੋਈ ਵੀ ਤਰਕ ਲਿਆ ਹੋਵੇ, ਉਮਰ ਦਰਾਜ ਹੋਣ ਦਾ ਲਿਆ ਹੋਵੇ ਜਾਂ ਕੋਈ ਹੋਰ, ਇਹ ਤੋਂ ਮਤਲਬ ਇਹ ਹੋਇਆ ਕਿ ਉਹਨਾਂ ਨੇ ਇੱਕੋ ਵਾਰ ਦੇ ਵਿੱਚ ਜਿਹੜੀ ਸਾਡੀ ਪਰੰਪਰਾਵਾਦੀ ਬੀਜੇਪੀ ਦੀ ਲੀਡਰਸ਼ਿਪ ਸੀ ਉਹਨੂੰ ਪਾਸੇ ਕੀਤਾ ਤੇ ਕੇਂਦਰ ਦੇ ਵਿੱਚ ਆ ਕੇ ਆਪਣੇ ਆਪ ਨੂੰ ਕਾਬਜ਼ ਕੀਤਾ। ਇਹਦੇ ਵਿੱਚ ਇੱਕ ਹੋਰ ਵੀ ਵੱਡੀ ਗੱਲ ਜਿਹੜੀ ਜ਼ਿਆਦਾ ਮਹੱਤਵਪੂਰਨ ਉਹ ਇਹ ਹੈ ਕਿ ਨਰਿੰਦਰ ਮੋਦੀ ਸਿੱਧੇ ਤੌਰ ਤੇ, ਭਾਵੇਂ ਬਾਕੀ ਲੀਡਰ ਵੀ ਸਿੱਧੇ ਤੌਰ ਤੇ RSS ਦਾ ਥਾਪੜਾ ਲੈ ਕੇ ਆਉਂਦੇ ਸੀ, ਪਰ ਨਰਿੰਦਰ ਮੋਦੀ ਜ਼ਾਹਰਾ ਤੌਰ ਤੇ RSS ਦੇ ਕੈਂਡੀਡੇਟ ਦੇ ਤੌਰ ਤੇ ਆਏ। ਇਸ ਕਰਕੇ ਜਿਹੜੀ ਉਹਨਾਂ ਦੀ ਪਾਰਟੀ ਹੈ, ਉਹਨਾਂ ਨੇ ਜਦੋਂ ਇੱਕ ਚੀਫ ਮਿਨਿਸਟਰ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਤੱਕ ਦਾ ਸਫ਼ਰ ਤੈਅ ਕੀਤਾ ਹੋਵੇ ਤੇ ਇਹਦੇ ਨਾਲ ਹੋਰ ਵੀ ਮਹੱਤਵਪੂਰਨ ਗੱਲ ਹੈ ਕਿ ਚੀਫ ਮਿਨਿਸਟਰ ਵੀ ਉਹ ਜਿਹਨੂੰ ਇੱਕ ਸਮੇਂ ਅਮਰੀਕਨ ਸਰਕਾਰ ਵੀਜ਼ਾ ਦੇਣ ਨੂੰ ਤਿਆਰ ਨਹੀਂ ਸੀ ਤੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਇੱਥੇ ਵੀ ਵਿਜ਼ਿਟ ਕਰਦੇ ਆ ਤੇ ਨਰਿੰਦਰ ਮੋਦੀ ਅਮਰੀਕਾ 'ਚ ਵੀ ਜਾ ਕੇ ਆਉਂਦੇ ਆ। ਸਥਿਤੀਆਂ ਕੁਝ ਤਬਦੀਲ ਹੋਈਆਂ ਤੇ ਜੋ ਹਿੰਦੁਸਤਾਨ ਦੇ ਵਿੱਚ ਲੋਕਾਂ ਦੀਆਂ ਇਛਾਵਾਂ ਸੀ, ਇਹਨਾਂ ਦੇ ਵਾਅਦੇ ਸੀ, ਇਹਨਾਂ ਦਾ ਮੈਨੀਫੈਸਟੋ ਸੀ, ਉਸ ਦੇ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਆਪਣੇ ਆਪਣੇ ਪੱਖ ਤੋਂ ਕੀਤੀਆਂ ਜਾ ਸਕਦੀਆਂ। ਬਿਲਕੁਲ ਸੰਧੂ ਸਾਹਿਬ, ਪਰ ਜਦੋਂ ਜ਼ਿਕਰ ਆਉਂਦਾ, ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੇ ਇਹਨਾਂ ਨੇ ਫੈਸਲੇ ਲਏ ਉਹਨਾਂ ਨੂੰ ਲੈ ਕੇ, ਜਦੋਂ ਗੁਜਰਾਤ ਦੇ ਵਿੱਚ ਮੁੱਖ ਮੰਤਰੀ ਨਰਿੰਦਰ ਮੋਦੀ ਹੁੰਦੇ ਸੀ ਤਾਂ ਉਦੋਂ ਗੋਧਰਾ ਕਾਂਡ ਦੀ ਚਰਚਾ ਕਾਫੀ ਹੋਈ। ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹੁਣ ਕੇਂਦਰ ਦੀ ਸੱਤਾ ਦੇ ਵਿੱਚ ਆਏ ਤਾਂ ਹੁਣ ਕਹਿ ਸਕਦੇ ਹਾਂ ਕਿ ਲਖੀਮਪੁਰ ਵਾਲਾ ਕਾਂਡ ਜਿਹੜਾ ਉਹ ਵੀ ਸਰਕਾਰ ਦੇ ਮੱਥੇ ਦੇ ਉੱਤੇ ਇੱਕ ਕਲੰਕ ਬਣਦਾ ਜਾ ਰਿਹਾ, ਜਿਹਦੇ ਨਾਲ ਪਰੇਸ਼ਾਨੀ ਤਾਂ ਬੀਜੇਪੀ ਦੇ ਵਿੱਚ ਸੁਭਾਵਕ ਆ। ਦੇਖੋ, ਬੀਜੇਪੀ ਪਾਰਟੀ ਤੇ ਇਹ ਤਾਂ ਦੋਸ਼ ਸ਼ੁਰੂ ਤੋਂ ਲੱਗਦਾ ਰਿਹਾ ਕਿ ਇਹ ਧਰੁਵੀਕਰਨ ਦੀ ਰਾਜਨੀਤੀ ਕਰਦੀ ਹੈ
ਇਹ ਧਰਮ ਦੇ ਆਧਾਰ ਤੇ ਰਾਜਨੀਤੀ ਕਰਦੀ ਹੈ। ਜਿਹੜਾ ਗੋਧਰਾ ਦਾ ਕਾਂਡ ਹੈ ਉਸ ਦੇ ਵਿੱਚ ਕਲੀਅਰ ਤੌਰ ਤੇ ਇਹ ਇੰਸਟੈਂਸ ਲਿਆ ਗਿਆ ਸੀ ਕਿ ਉੱਥੇ ਹਿੰਦੂ ਤੇ ਸਿੱਖ ਦੋ ਤਰ੍ਹਾਂ ਅਲੱਗ-ਅਲੱਗ ਬਣਾ ਕੇ ਦੇਖੀਆਂ ਗਈਆਂ ਤੇ ਉਸ ਦੇ ਆਧਾਰ ਤੇ ਜੋ ਕੁਝ ਵੀ ਉਹ ਵਾਪਰਿਆ ਉਸ ਦੇ ਵਿੱਚ ਨਰਿੰਦਰ ਮੋਦੀ ਨੂੰ ਹਿੰਦੂਆਂ ਦਾ ਮਸੀਹਾ ਬਣਾ ਕੇ ਪੇਸ਼ ਕੀਤਾ ਗਿਆ। ਉਸ ਸਮੇਂ ਜਿਹੜੀ ਰਾਜਨੀਤੀ ਹੈ ਉਹ ਇਸ ਕਿਸਮ ਦੀਆਂ ਅਗੜਾਈਆਂ ਲੈ ਰਹੀ ਸੀ ਕਿ ਇੱਕ ਪਾਸੇ ਬਾਬਰੀ ਮਸਜਿਦ ਵਾਲਾ ਮਸਲਾ ਚੱਲ ਰਿਹਾ ਸੀ, ਦੂਸਰੇ ਪਾਸੇ ਸ਼੍ਰੀ ਰਾਮ ਦੇ ਨਾਂ ਤੇ ਕੰਸੋਲੀਡੇਸ਼ਨ ਹੋ ਰਹੀ ਸੀ ਵੋਟਰਾਂ ਦੀ, ਤੀਸਰੇ ਪਾਸੇ ਨਰਿੰਦਰ ਮੋਦੀ ਵੱਲੋਂ ਆਪਣੇ ਮੈਨੀਫੈਸਟੋ ਦੇ ਵਿੱਚ ਵੱਡੀ ਕਿਸਮ ਦੇ ਜਿਹੜੇ ਵਾਅਦੇ ਕੀਤੇ ਗਏ, ਭਾਵੇਂ ਉਹ ਸਵੱਛ ਇੰਡੀਆ ਦਾ ਵਾਅਦਾ ਹੋਵੇ, ਕਾਲੇ ਧਨ ਦਾ ਵਾਅਦਾ ਹੋਵੇ, ਜਾਂ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਵਾਅਦਾ ਹੋਵੇ, ਜਾਂ ਹਿੰਦੁਸਤਾਨ ਦੀਆਂ ਫੌਜਾਂ ਨੂੰ ਪਾਕਿਸਤਾਨ ਦੇ ਖਿਲਾਫ ਡਟ ਕੇ ਖੜਾ ਹੋਣ ਦਾ ਵਾਅਦਾ ਹੋਵੇ, ਉਹਨਾਂ ਨੇ ਇਹ ਸਿੱਧ ਕਰਨ ਦੇ ਵਿੱਚ ਉਦੋਂ ਕਾਮਯਾਬੀ ਹਾਸਲ ਕੀਤੀ ਕਿ ਸਿੰਗਲ ਹੈਡਡ ਸਟਰੋਂਗ ਵਿਅਕਤੀ ਜੋ ਹੋ ਸਕਦਾ ਹੈ ਉਹੀ ਸਾਰੀ ਕਾਮਯਾਬੀ ਹਾਸਲ ਕਰ ਸਕਦਾ ਹੈ। ਇਸ ਦੇ ਨਾਲ ਜਿਹੜਾ ਗੋਧਰਾ ਕਾਂਡ ਹੈ ਉਹ ਇੱਕ ਕਿਸਮ ਨਾਲ ਜਿਹੜਾ ਆਮ ਹਿੰਦੂ ਵੋਟਰ ਸੀ, ਜਿੰਨਾ ਚਿਰ ਤੱਕ ਇਹਨਾਂ ਦਾ ਇੱਕ ਇਮੇਜ ਬਣਿਆ ਹੋਇਆ ਸੀ ਕਿ ਇਹ ਸਟਰੋਂਗ ਨੇਤਾ ਹੈਗੇ ਆ, ਉਹਦੇ ਨਾਲ ਵਾਪਰਿਆ ਇਹ ਕਿ ਉਸ ਕਰਕੇ ਇਹਨਾਂ ਦਾ ਨੁਕਸਾਨ ਹੋਣ ਦੀ ਬਜਾਏ ਵੋਟਾਂ ਦੇ ਧਰੁਵੀਕਰਨ ਦੇ ਵਿੱਚੋਂ ਇਹਨਾਂ ਨੂੰ ਫਾਇਦਾ ਹੋਇਆ। ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਪਾਰਟੀ 2 ਲੋਕ ਸਭਾ ਦੀਆਂ ਸੀਟਾਂ ਤੋਂ ਬਾਅਦ ਏਡੇ ਵੱਡੇ ਬਹੁਮਤ ਤੇ ਜੇ ਪਹੁੰਚਦੀ ਹੈ ਤਾਂ ਉਸ ਨੂੰ ਕਿਤੇ ਨਾ ਕਿਤੇ ਵਿਚਾਰਧਾਰਾ ਤੋਂ ਅੱਗੇ ਜਾ ਕੇ ਧਰੁਵੀਕਰਨ ਨਾਲ ਆਪਣੇ ਆਪ ਨੂੰ ਅੱਗੇ ਲਿਜਾਣ ਦੇ ਵਿੱਚ, ਆਪਾਂ ਇਹ ਕਹਿ ਸਕੀਏ ਆਪਣਾ ਵਿਚਾਰ ਸੈੱਲ ਕਰਨ ਦੇ ਵਿੱਚ, ਵੇਚਣ ਦੇ ਵਿੱਚ ਸਫਲਤਾ ਮਿਲੀ ਹੈ। ਦੂਸਰੀ ਗੱਲ ਇਹ ਵੀ ਰਹੀ ਕਿ ਇਹਨਾਂ ਨੇ ਇੱਕ ਹੋਰ ਕੈਂਪ ਆਪਣਾ ਤਿਆਰ ਕੀਤਾ ਜਿਹਨੂੰ ਅਸੀਂ ਗੁਜਰਾਤ ਕੈਂਪ ਕਹਿ ਸਕਦੇ ਹਾਂ। ਗੁਜਰਾਤ ਕੈਂਪ ਦੇ ਵਿੱਚ ਇਹਨਾਂ ਨੇ ਗੁਜਰਾਤ ਦੇ ਜਿੰਨੇ ਵੀ ਬਿਊਰੋਕਰੇਟ ਸੀ, ਗੁਜਰਾਤ ਦੇ ਵਪਾਰੀ ਤੇ ਗੁਜਰਾਤੀ ਉਹ ਲੋਕ ਜਿਹੜੇ ਬਾਹਰ ਵਪਾਰ ਕਰਦੇ ਸੀ ਅਮਰੀਕਾ ਜਾਂ ਹੋਰ ਮੁਲਕਾਂ ਦੇ ਵਿੱਚ, ਉਹਨਾਂ ਨੂੰ ਵੀ ਇੱਕ ਕਿਸਮ ਨਾਲ ਇਸ ਕਿਸਮ ਦੀ ਲੜੀ ਦੇ ਵਿੱਚ ਪਰੋਇਆ ਕਿ ਉਹਨਾਂ ਨੇ ਗੁਜਰਾਤ ਸੈਂਟਰਿਕ ਪੋਲਿਟਿਕਸ ਕਰਤੀ। ਬਹੁਤੀਆਂ ਪੋਜੀਸ਼ਨ ਦੇ ਵਿੱਚ ਗੁਜਰਾਤ ਹਾਵੀ ਰਹੀ। ਉਹਦੇ ਨਾਲ ਇਹ ਹੋਇਆ ਕਿ ਇਹਨਾਂ ਨੂੰ ਉੱਥੋਂ ਬੈਕ ਮਿਲਿਆ ਤੇ ਇਹਨਾਂ ਨੇ ਬਾਕੀ ਸਾਰੇ ਰਾਜਾਂ ਦੇ ਬੀਜੇਪੀ ਦੇ ਜਿਹੜੇ ਨੇਤਾ ਸੀ ਉਹਨਾਂ ਨੂੰ ਵੀ ਸੈਕੰਡ ਕਤਾਰ ਦੇ ਵਿੱਚ ਲਿਆ ਕੇ ਖੜਾ ਕਰਤਾ। ਹੁਣ ਜਿਹੜੀ ਪੰਜਾਬ ਦੀ ਗੱਲ ਹੈ, ਅੱਜ ਹਾਲਾਤ ਉਹ ਨਹੀਂ ਹੈ ਜੋ ਗੁਜਰਾਤ ਵੇਲੇ ਰਾਜ ਕਰਨ ਸਮੇਂ ਸੀ। ਅੱਜ ਹਾਲਾਤ ਬਹੁਤ ਕੁਝ ਤਬਦੀਲ ਹੋ ਚੁੱਕਿਆ ਹੈ, ਕਿਉਂਕਿ ਜਦੋਂ ਤੁਸੀਂ ਮੈਨੀਫੈਸਟੋ ਦੇ ਵਿੱਚ ਵਾਅਦੇ ਕਰਦੇ ਹੋ ਤਾਂ ਇੱਕ ਲੰਮਾ ਸਮਾਂ ਜਿਹੜਾ ਜਿੱਥੇ ਇੱਕ ਪਾਸੇ ਤੁਹਾਨੂੰ ਉਹ ਇਸ ਗੱਲ ਦੀ ਆਭਾ ਵੀ ਦਿੰਦਾ ਹੈ ਕਿ ਤੁਸੀਂ ਇਤਿਹਾਸ ਦੇ ਵਿੱਚ 20 ਸਾਲ ਰਾਜ ਕੀਤਾ ਹੈ, ਦੂਜੇ ਪਾਸੇ ਉਹ ਤੁਹਾਡਾ ਲੇਖਾ ਜੋਖਾ ਵੀ ਕਰਦਾ ਹੈ। ਤੁਹਾਡੇ ਲੇਖੇ ਜੋਖੇ ਦੇ ਵਿੱਚ ਕਿ ਜੋ ਕੁਝ ਤੁਸੀਂ ਕਿਹਾ ਸੀ, ਕੀ ਤੁਸੀਂ ਸਵੱਛ ਭਾਰਤ ਬਣਾਤਾ, ਕੀ ਤੁਸੀਂ 2 ਕਰੋੜ ਲੋਕਾਂ ਨੂੰ ਇੰਪਲਾਇਮੈਂਟ ਦੇਤੀ, ਕੀ ਤੁਸੀਂ ਕਾਲਾ ਧਨ ਵਾਪਸ ਲੈ ਆਏ, ਕੀ ਜਿਹੜੇ ਨੀਰਵ ਮੋਦੀ ਵਰਗੇ ਗੁਜਰਾਤੀ ਧਨ ਲੈ ਕੇ ਬੈਂਕਾਂ ਦਾ ਬਾਹਰ ਭੱਜੇ ਹੋਏ ਆ ਉਹਨਾਂ ਨੂੰ ਅਸੀਂ ਫੜ ਕੇ ਲੈ ਆਏ, ਕੀ ਅਸੀਂ ਜਿਹੜੇ ਵੱਖ-ਵੱਖ ਅਨਰੈਸਟ ਫੈਲਾਉਣ ਵਾਲੇ ਗੁੰਡਾ ਅਨਸਰ ਸੀ ਉਹਨਾਂ ਨੂੰ ਸਜ਼ਾ ਦੇਤੀ, ਕੀ ਅਸੀਂ ਆਮ ਆਦਮੀ ਵਾਸਤੇ ਸਹੂਲਤਾਂ ਪ੍ਰੋਵਾਈਡ ਕਰਤੀਆਂ। ਜੇ ਅਸੀਂ ਇਹ ਸਾਰਾ ਕੁਝ ਨਹੀਂ ਕੀਤਾ ਤਾਂ ਅਸੀਂ ਕੀਤਾ ਕੀ? ਅਸੀਂ ਮੇਕ ਇਨ ਇੰਡੀਆ ਦੇ ਨਾਂ ਤੇ ਇੱਕ ਪਾਸੇ ਕਹਿ ਰਹੇ ਸੀ ਕਿ ਅਸੀਂ ਹਿੰਦੁਸਤਾਨ ਨੂੰ ਆਤਮ ਨਿਰਭਰ ਬਣਾਵਾਂਗੇ, ਦੂਸਰੇ ਪਾਸੇ ਸਾਡੇ ਕੋਲ ਜਿਹੜੀ ਸਮਾਰਟ ਸਿਟੀ ਸੀ, ਬੁਲਟ ਟ੍ਰੇਨ ਸੀ, ਉਹ ਇੱਕ ਨਾਅਰਾ ਬਣ ਕੇ ਰਹਿ ਗਈ। ਮੋਦੀ ਸਾਹਿਬ ਦੀ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਟਰਮ 2 ਹਿੱਸਿਆਂ ਵਿੱਚ ਵੰਡ ਕੇ ਦੇਖੀ ਜਾ ਸਕਦੀ ਹੈ। ਪਹਿਲੇ ਹਿੱਸੇ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਮੋਦੀ ਸਾਹਿਬ ਨੇ ਸ਼ਾਇਦ ਹੀ ਕੋਈ ਮੁਲਕ ਐਸਾ ਛੱਡਿਆ ਹੋਵੇ ਜਿੱਥੋਂ ਦੀ ਯਾਤਰਾ ਨਾ ਕੀਤੀ ਹੋਵੇ, ਇੱਕ ਪੱਖ ਉਸ ਤੋਂ ਦੇਖਿਆ ਜਾਂਦਾ ਹੈ। ਜਿਹੜੀ ਦੂਸਰੇ ਹਿੱਸੇ ਦੀ ਜਾਂ ਵਰਤਮਾਨ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਸ਼ਾਇਦ ਹੀ ਕੋਈ ਵਿਧਾਨ ਸਭਾ ਦਾ ਸੈਸ਼ਨ ਐਸਾ ਆਇਆ ਹੋਵੇ ਜਿੱਥੇ ਕੋਈ ਨਾ ਕੋਈ ਪਬਲਿਕ ਸੈਕਟਰ ਦੀ ਸੰਸਥਾ ਨੂੰ ਪ੍ਰਾਈਵੇਟਾਈਜ਼ ਨਾ ਕੀਤਾ ਗਿਆ ਹੋਵੇ। ਜੇ ਅਸੀਂ ਸ਼ੁਰੂ ਦੀਆਂ ਅਡਾਨੀ ਦੀਆਂ ਬੰਦਰਗਾਹਾਂ ਤੋਂ ਲੈ ਕੇ ਲਾਸਟ ਦੇ ਵਿੱਚ ਹੁਣ ਵੇਚੀ ਹੋਈ ਜਿਹੜੀ ਆਪਣੀ ਸਾਡੀ ਇੰਡੀਅਨ 에ਅਰਲਾਈਨਸ ਹੈ ਉਸ ਤੱਕ ਦਾ ਸਫ਼ਰ ਦੇਖੀਏ ਤਾਂ ਸਾਡਾ ਬਹੁਤਾ ਸਮਾਨ ਵਿਕਦਾ ਹੀ ਤੁਰਿਆ ਗਿਆ ਹੈ। ਇਸ ਦੇ ਵਿੱਚ ਨਾਲ ਜਦੋਂ ਲੋਕਾਂ ਦੇ ਵਿੱਚ ਇਹ ਅਨਰੈਸਟ ਵਧੀ ਕਿ ਕਿਤੇ ਇਹ ਨਾ ਹੋਵੇ ਕੋਵਿਡ ਦੇ ਦਿਨਾਂ ਦੇ ਵਿੱਚ ਇੱਕੋ ਇੱਕ ਸੈਕਟਰ ਉੱਪਰ ਰਿਹਾ ਜਾਂ ਇੱਕੋ ਇੱਕ ਸੈਕਟਰ ਬਚਿਆ ਰਿਹਾ ਜਿਹੜੀ ਖੇਤੀ ਸੀ, ਤੇ ਜਿਹੜੀ ਖੇਤੀ ਵੀ ਹੈ ਬੰਦਰਗਾਹਾਂ ਵਾਂਗੂ, 에ਅਰਪੋਰਟ ਵਾਂਗੂ ਜਾਂ ਬਾਕੀ ਚੀਜ਼ਾਂ ਵਾਂਗੂ ਇਹ ਵੀ ਅਡਾਨੀ ਤੇ ਅੰਬਾਨੀ ਦੀ ਝੋਲੀ 'ਚ ਪਾ ਦਿੱਤੀ ਜਾਵੇ। ਇਸ ਲਈ ਉਹ ਲੋਕ ਉੱਠ ਕੇ ਖੜੇ ਹੋ ਗਏ। ਉਹਨਾਂ ਦੀ ਬੈਕ ਤੇ ਬਹੁਤ ਸਾਰੇ ਰਾਜਨੀਤਿਕ ਦਲ ਵੀ ਆਏ ਤੇ ਇਹ ਆਪਣੇ ਆਪ 'ਚ ਇੱਕ ਵੱਡੀ ਐਜੀਟੇਸ਼ਨ ਦਾ ਰੂਪ ਅਖਤਿਆਰ ਕਰ ਗਈ। ਇੱਕ ਮੋਦੀ ਸਾਹਿਬ ਦਾ ਪਹਿਲਾਂ ਸ਼ਾਇਦ ਉਸ ਗੱਲ ਦਾ ਉਹਨਾਂ ਜ਼ਿਕਰ ਨਹੀਂ ਆਉਂਦਾ ਸੀ, ਅੱਜ ਬਹੁਤ ਸਾਰੇ ਜਿਹੜੇ ਸਿਆਣੇ ਪੱਤਰਕਾਰ ਹੈ ਉਹ ਜ਼ਿਕਰ ਕਰਦੇ ਹੈ ਕਿ ਮੋਦੀ ਸਾਹਿਬ ਲੋਕਾਂ ਨੂੰ ਮਨ ਕੀ ਬਾਤ ਵੀ ਸੁਣਾਉਂਦੇ ਹੈ, ਆਪਣੀ ਗੱਲ ਵੀ ਸੁਣਾਉਂਦੇ ਹੈ, ਮੀਡੀਆ ਨੂੰ ਬਹੁਤ ਪਿਆਰ ਕਰਦੇ ਆ, ਬੋਲਣਾ ਉਹਨਾਂ ਨੂੰ ਚੰਗਾ ਲੱਗਦਾ ਹੈ, ਪਰ ਉਹਨਾਂ ਨੂੰ ਲੋਕਾਂ ਦੇ ਮੀਡੀਆ ਦੇ ਪ੍ਰਸ਼ਨ ਲੈ ਕੇ ਉਹਨਾਂ ਦਾ ਉੱਤਰ ਦੇਣਾ ਚੰਗਾ ਨਹੀਂ ਲੱਗਦਾ।
ਮੈਨੂੰ ਲੱਗਦਾ ਸ਼ਾਇਦ ਇਹ ਰੇਅਰ ਹੀ ਹੋਊਗੀ ਕਿ ਮੋਦੀ ਸਾਹਿਬ ਨੇ ਕਿਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਹੋਣ। ਉਹਨਾਂ ਦਾ ਵਨ ਵੇ ਟ੍ਰੈਫਿਕ ਹੀ ਹੁੰਦਾ ਹੈ। ਇਹ ਫੈਸਲੇ ਵੀ ਇਸੇ ਕਰਕੇ ਸ਼ਾਇਦ ਲੋਕਾਂ ਨੂੰ ਪਸੰਦ ਨਹੀਂ ਆ ਰਹੇ, ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਨਹੀਂ, ਇਹ ਫੈਸਲੇ ਹੈ ਜਿਹੜੇ ਕਿਸਾਨਾਂ ਦੇ ਹੱਕ 'ਚ ਹੈ। ਕਿਸਾਨ ਦੋਨੇ ਹੱਥ ਬੰਨ੍ਹ ਕੇ ਕਹਿ ਰਹੇ ਹੈ ਕਿ ਨਹੀਂ, ਇਹ ਫੈਸਲੇ ਸਾਡੇ ਹੱਕ 'ਚ ਨਹੀਂ, ਤੁਸੀਂ ਵਾਪਸ ਲਓ। ਪਰ ਮੋਦੀ ਸਾਹਿਬ ਵਾਰ-ਵਾਰ ਇਸ ਗੱਲ ਦਾ ਪ੍ਰਚਾਰ ਕਰਨ ਤੇ ਲੱਗੇ ਹੋਏ ਆ ਆਪਣੇ ਮੀਡੀਆ ਰਾਹੀਂ ਕਿ ਨਹੀਂ, ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ, ਇਹ ਤੁਹਾਡੇ ਹੱਕ 'ਚ ਹੈ। ਹੌਲੀ ਹੌਲੀ ਜਦੋਂ ਕੋਈ ਐਜੀਟੇਸ਼ਨ ਲੰਬੀ ਹੋ ਜਾਂਦੀ ਹੈ ਤਾਂ ਕੋਈ ਨਾ ਕੋਈ ਧਿਰ ਉਹਨਾਂ ਚੋਂ, ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਆਪਣਾ ਮਾਨਸਿਕਤਾ ਖੋ ਦਿੰਦੀ ਹੈ, ਉਹ ਵਾਇਲੈਂਟ ਹੋ ਜਾਂਦੀ ਹੈ। ਹੁਣ ਜਿੱਥੇ ਤੱਕ ਐਜੀਟੇਸ਼ਨ ਕਰਨ ਵਾਲਿਆਂ ਦੇ ਵਾਇਲੈਂਟ ਹੋਣ ਦੀ ਗੱਲ ਸੀ, ਉਹਨਾਂ ਨੇ ਆਪਣਾ ਜਿਹੜਾ ਮਾਨਸਿਕ ਸੰਤੁਲਨ ਬਣਾ ਕੇ ਰੱਖਿਆ। ਪਿਛਲੇ ਦਿਨਾਂ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਹੋਣਾ ਨੇ ਕਿਹਾ ਕਿ ਅਸੀਂ ਡਾਂਗਾ ਲੈ ਕੇ ਉਹਨਾਂ ਦੇ ਮੁਕਾਬਲਾ ਕਰਾਂਗੇ। ਜਿਹੜੇ ਮੰਤਰੀ ਤੇ ਮੰਤਰੀ ਦੇ ਪੁੱਤਰ ਨੇ ਹਮਲਾ ਕਰਵਾਇਆ, ਜੀਪ ਥੱਲੇ ਕਿਸਾਨਾਂ ਨੂੰ ਕੁਚਲਿਆ, ਸ਼ਾਂਤੀ ਨਾਲ ਜਾ ਰਿਹਾ ਨੂੰ, ਉਹ ਵੀ 2-4 ਦਿਨ ਪਹਿਲਾਂ ਆਪਣੀ ਸਪੀਚ ਦੇ ਵਿੱਚ ਕਹਿ ਰਿਹਾ ਸੀ ਕਿ ਮੈਂ ਵੀ ਦੇਖ ਲੂੰਗਾ ਕੀ ਕਰਦੇ ਹੈ। ਕੁੱਲ ਮਿਲਾ ਕੇ ਗੱਲ ਇਹ ਹੈ ਕਿ ਇਹ ਲੋਕ ਸਿੰਗਲ ਪਾਵਰ ਹੈਡ ਬੀਜੇਪੀ ਦੇ ਜਿਹੜੇ ਸ਼੍ਰੀ ਨਰਿੰਦਰ ਮੋਦੀ ਹੈ, ਉਹਨਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਅਸੀਂ ਆਪਣੀ ਪੂਰੀ ਢਿੱਲ ਲਗਾ ਰਹੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਕਿਸਾਨਾਂ ਨੂੰ ਅਸੀਂ ਖਦੇੜ ਸਕੀਏ। ਪਰ ਕਈ ਵਾਰ ਤੁਸੀਂ ਜਾਣਦੇ ਹੋ ਕਿ ਜਲਿਆਂਵਾਲੇ ਬਾਗ ਦੀਆਂ ਘਟਨਾਵਾਂ ਵਾਂਗ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਰਾਜਸ਼ਾਹੀ ਦੇ ਉਲਟ ਪੈ ਜਾਂਦੀਆਂ। ਇਸ ਕਰਕੇ ਇਹ ਘਟਨਾ ਘੱਟੋ ਘੱਟ ਅੱਜ ਦੀ ਘੜੀ ਦਾ ਇਹ ਲੱਗ ਰਹੀ ਹੈ ਕਿ ਇਹਦੇ ਨਾਲ ਜਿੱਥੇ ਕਿਸਾਨਾਂ ਦੀ ਕੰਸੋਲੀਡੇਸ਼ਨ ਹੋਈ ਹੈ, ਉੱਥੇ ਵਿਰੋਧੀ ਪਾਰਟੀਆਂ ਭਾਵੇਂ ਇੱਕ ਦੂਜੇ ਨਾਲ ਹੱਥ ਨਾ ਮਿਲਾ ਸਕੀਆਂ ਹੋਣ, ਪਰੰਤੂ ਇਸ ਮੁੱਦੇ ਤੇ ਸਾਰਿਆਂ ਨੇ ਬਾਂਹ ਖੜੀ ਕਰਕੇ ਬੀਜੇਪੀ ਦਾ ਜਾਂ ਵਰਤਮਾਨ ਸਰਕਾਰ ਦਾ ਵਿਰੋਧ ਕੀਤਾ ਜੀ। ਸੰਧੂ ਸਾਹਿਬ, ਇੱਕ ਹੋਰ ਗੱਲ ਹੈ ਕਿ ਲਗਾਤਾਰ 20 ਸਾਲ ਦੀ ਮਕਬੂਲੀਅਤ ਜਿਹੜੀ ਹੈ, ਇਹ ਕਿਸ ਤਰ੍ਹਾਂ ਬਣੀ ਹੈ? ਕਿ ਇਹ ਸਿਰਫ ਹਿੰਦੂਵਾਦੀ ਮਾਨਸਿਕਤਾ ਕਰਕੇ ਹੈ ਜਾਂ ਫਿਰ ਕਮਜ਼ੋਰ ਵਿਰੋਧੀ ਧਿਰਾਂ ਕਰਕੇ ਆ? ਦੇਖੋ, ਇੱਕ ਸਮੇਂ ਤੇ ਲੋਕਾਂ ਦੇ ਵਿੱਚ ਕਿਸੇ ਖਾਸ ਚੀਜ਼ ਲਈ ਅਟਰੈਕਸ਼ਨ ਹੁੰਦੀ ਹੈ। ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਹੈ ਕਿ ਹਿੰਦੁਸਤਾਨ ਦੇ ਵਿੱਚ ਅੰਨਾ ਹਜ਼ਾਰੇ ਨੇ ਅੰਦੋਲਨ ਸ਼ੁਰੂ ਕੀਤਾ। ਉਦੋਂ ਅੰਨਾ ਹਜ਼ਾਰੇ ਨੇ ਕਿਹਾ ਕਿ ਲੋਕਪਾਲ ਲੈ ਕੇ ਆਊਂਗਾ, ਮੈਂ ਸਾਰੇ ਕਿਸਾਨਾਂ ਨੂੰ ਲਾਮਬੰਦ ਕਰੂੰਗਾ, ਮਜ਼ਦੂਰਾਂ ਨੂੰ ਲਾਮਬੰਦ ਕਰੂੰਗਾ। ਉਸ ਦੇ ਵਿੱਚੋਂ ਕੀ ਨਿਕਲਿਆ? ਲਾ ਪਾ ਕੇ ਦੋ ਚੀਜ਼ਾਂ ਨਿਕਲੀਆਂ। ਇੱਕ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਨਿਕਲੀ ਤੇ ਦੂਸਰੀ ਬੀਜੇਪੀ ਦੀ ਕੇਂਦਰ ਦੀ ਸਰਕਾਰ ਨੂੰ ਉਹਦੇ ਨਾਲ ਬਹੁਤ ਸਾਰਾ ਸਹਿਯੋਗ ਮਿਲਿਆ। ਜਿਹੜਾ ਵਾਅਦਾ ਕੀਤਾ ਜਾਂਦਾ ਹੈ ਜਾਂ ਲੰਮਾ ਸਮਾਂ ਰਾਜਨੀਤੀ ਕੀਤੀ ਜਾਂਦੀ ਹੈ, ਉਹਦੇ ਵਿੱਚੋਂ ਬਹੁਤ ਵਾਰੀ ਜਾਤੀ ਫਾਇਦੇ ਲਏ ਜਾਂਦੇ ਆ। ਸਭ ਤੋਂ ਉੱਚੀ ਆਵਾਜ਼ ਦੇ ਵਿੱਚ ਨਾਅਰਾ ਲਾਉਣ ਵਾਲਾ ਬਾਬਾ ਰਾਮਦੇਵ ਜਦੋਂ ਇਹ ਕਹਿੰਦਾ ਹੁੰਦਾ ਸੀ ਕਿ ਕਾਲਾ ਧਨ ਲੈ ਕੇ ਆਵਾਂਗੇ, ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਜਾਣਗੇ, ਉਹਨਾਂ ਨਾਅਰਿਆਂ ਦੇ ਵਿੱਚੋਂ ਲਾ ਪਾ ਕੇ ਕੀ ਨਿਕਲਿਆ ਕਿ ਹਜ਼ਾਰਾਂ ਕਰੋੜ ਦਾ ਐਮਪਾਇਰ ਹੈ ਜਿਹੜਾ ਪਤੰਜਲੀ ਨੇ ਖੜਾ ਕਰ ਲਿਆ। ਉਸ ਤੋਂ ਬਾਅਦ ਬਾਬਾ ਹੁਣ ਘੱਟੋ ਘੱਟ ਮੈਂ ਤਾਂ ਪਿਛਲੇ ਦਿਨਾਂ 'ਚ ਕਦੇ ਸੁਣਿਆ ਨਹੀਂ ਕਿ ਉਹ ਕਾਲੇ ਧਨ ਦੇ ਖਿਲਾਫ ਜਾਂ ਇਸ ਕਿਸਮ ਦੀ ਰਾਜਨੀਤੀ ਦੇ ਖਿਲਾਫ ਬੋਲਦਾ ਹੋਵੇ। ਉਸੇ ਤਰੀਕੇ ਨਾਲ ਜਿਹੜੇ ਲੋਕ ਹੈ, ਲੋਕਾਂ ਨੂੰ ਜਦੋਂ ਪਹਿਲਾਂ ਤੋਂ ਲੰਮੇ ਸਮੇਂ ਤੋਂ ਸਤਾਇਆ ਗਿਆ ਹੋਵੇ, ਲੋਕਾਂ ਨੇ ਐਮਰਜੈਂਸੀ ਦੇਖੀ, ਲੋਕਾਂ ਨੇ 1984 ਦੇ ਦੰਗੇ ਦੇਖੇ, ਲੋਕਾਂ ਨੇ ਗਰੀਬੀ ਤੇ ਭੁੱਖਮਰੀ ਦੇਖੀ, ਲੋਕਾਂ ਨੇ ਲਗਾਤਾਰ ਹਿੰਦੁਸਤਾਨ ਦੇ ਵਿਕਾਸ ਨੂੰ ਪਛੜਦਾ ਦੇਖਿਆ, ਬੇਰੁਜ਼ਗਾਰੀ ਤੇ ਗਰੀਬੀ ਦੇਖੀ। ਉਸ ਤੋਂ ਤੰਗ ਆਇਆ ਨੇ ਜਦੋਂ ਵੀ ਕੋਈ ਲੀਡਰ ਉਹਨਾਂ ਨੂੰ ਕੋਈ ਵੱਡਾ ਸਨਸਨੀਖੇਜ ਲੋਕ ਲੁਭਾਉਣਾ ਨਾਅਰਾ ਦਿੰਦਾ ਸੀ ਤਾਂ ਲੋਕਾਂ ਕੋਲੇ ਮਜਬੂਰੀ ਸੀ, ਉਹ ਹੋਰ ਕੀ ਕਰ ਸਕਦੇ। ਅੱਜ ਵੀ ਲੋਕਾਂ ਦੀ ਹਾਲਤ ਪਹਿਲਾਂ ਨਾਲੋਂ ਬਾਹਲੀ ਬਦਲੀ ਨਹੀਂ ਹੈ। ਕਿੰਨੇ ਕੁ ਬਦਲ ਹੈ ਹਿੰਦੁਸਤਾਨ ਦੇ ਵਿੱਚ ਰਾਜਨੀਤਿਕ ਤੌਰ ਤੇ? ਲਾ ਪਾ ਕੇ ਜਿਹੜੀ ਪਾਰਟੀ ਤੋਂ ਤੰਗ ਆ ਕੇ ਬੀਜੇਪੀ ਨੂੰ ਲੈ ਕੇ ਆਏ ਸੀ, ਜੇ ਅੱਜ ਬੀਜੇਪੀ ਨੂੰ ਹਟਾਉਣ ਦੀ ਗੱਲ ਚੱਲਦੀ ਹੈ ਤਾਂ ਰਾਜ ਦੀਆਂ ਪਾਰਟੀਆਂ ਜੇ ਛੱਡਦੀ ਹੈ ਤਾਂ ਕੇਂਦਰ ਦੇ ਵਿੱਚ ਲਾ ਪਾ ਕੇ ਕਾਂਗਰਸ ਹੀ ਬਚਦੀ ਹੈ। ਤਾਂ ਲੋਕ ਇਹ ਕਹਿੰਦੇ ਆ ਕਿ ਉਹਨਾਂ ਨੂੰ ਵੀ ਇੰਨੇ ਸਾਲਾਂ ਤੋਂ ਦੇਖਿਆ। ਕਈ ਵਾਰੀ ਕਿਸੇ ਵਿਅਕਤੀ ਦੀ ਲੰਮਾ ਸਮਾਂ ਸੱਤਾ ਦੇ ਵਿੱਚ ਰਹਿਣ ਦੀ ਪ੍ਰਾਪਤੀ ਘੱਟ ਹੁੰਦੀ ਹੈ, ਬਲਕਿ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਉਹਨਾਂ ਦੀ ਜਿਹੜੀ ਸਮਰੱਥਾ ਹੈ ਜਾਂ ਆਪਾਂ ਇਹ ਕਹੀਏ ਕਿ ਉਹਨਾਂ ਦਾ ਇਤਿਹਾਸ ਹੈ, ਉਹ ਜ਼ਿਆਦਾ ਕਾਲਖ ਭਰਿਆ ਹੁੰਦਾ ਹੈ। ਇਸ ਕਰਕੇ ਇਹਨਾਂ ਦੋਨਾਂ ਸੰਦਰਭਾਂ ਦੇ ਵਿੱਚੋਂ ਹੀ ਅਸੀਂ ਇਹ 20 ਸਾਲ ਦਾ ਸਫ਼ਰ ਹੈ ਜਿਹੜਾ ਇਹਨੂੰ ਦੇਖ ਸਕਦੇ ਹਾਂ। ਬਿਲਕੁਲ ਬਿਲਕੁਲ। ਇੱਕ ਹੋਰ ਨਾਲ ਇਹ ਹੈ ਕਿ ਜਿੰਨਾ ਵੱਡਾ ਸੰਕਟ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਆਲੇ ਦੁਆਲੇ ਹੁੰਦਾ, ਉਨੀ ਵੱਧ ਜਿਹੜਾ ਇਹ ਉੱਭਰ ਕੇ ਸਾਹਮਣੇ ਆਉਂਦੇ ਨੇ। ਕੀ ਇਹਨੂੰ ਕਿਸ ਤਰ੍ਹਾਂ ਸਮਝਿਆ ਜਾਵੇ ਕਿ ਜੇ ਗੋਧਰਾ ਕਾਂਡ ਹੋਇਆ, ਚਰਚਾ ਤਾਂ ਬਹੁਤ ਹੋਈ, ਪਰ ਪ੍ਰਧਾਨ ਮੰਤਰੀ ਸਾਹਿਬ ਦੀ ਕੁਰਸੀ ਤੱਕ ਪਹੁੰਚ ਗਏ। ਅੱਜ ਜਦੋਂ ਕਿਸਾਨਾਂ ਦਾ ਆਪਾਂ ਲਖੀਮਪੁਰ ਦੀ ਘਟਨਾ ਦੇਖਦੇ ਹਾਂ, ਸਿਰਫ ਇਹ ਚਰਚਾਵਾਂ ਤੱਕ ਸੀਮਿਤ ਰਹਿ ਜਾਂਦਾ ਹੈ। ਜੇ ਮੇਨਕਾ ਗਾਂਧੀ ਹੋਰਾਂ ਨੂੰ ਜਾਂ ਫਿਰ ਉਹਨਾਂ ਦੇ ਪੁੱਤਰ ਵਰੁਣ ਗਾਂਧੀ ਹੋਰਾਂ ਨੂੰ ਪਾਸੇ ਕੀਤਾ ਜਾਂਦਾ ਹੈ, ਸੁਬਰਾਮਨੀਅਮ ਸਵਾਮੀ ਨੂੰ ਪਾਸੇ ਕੀਤਾ ਜਾਂਦਾ, ਜਾਂ ਜਿਵੇਂ ਤੁਸੀਂ ਅਡਵਾਨੀ ਸਾਹਿਬ ਦੀ ਗੱਲ ਕੀਤੀ, ਉਹਨਾਂ ਨੂੰ ਪਾਸੇ ਕੀਤਾ ਜਾਂਦਾ। ਹੇਜ ਜਿਹੜਾ ਉਹ ਜਾਗਦਾ ਕਾਰਪੋਰੇਟ ਦਾ,
ਫਿਰ ਉਸ ਪਾਸੇ ਵੱਲ ਨੂੰ ਵਧਦੇ ਜਾ ਰਹੇ ਨੇ। ਨਿਸ਼ਾਨਾ 2024 ਹੈ ਫਿਰ ਤੋਂ ਕਿ ਵਾਪਸੀ ਦਾ ਅਸੀਂ ਕਰ ਹੀ ਲੈਣੇ ਆ। ਇਹਨੂੰ ਕਿਸ ਤਰ੍ਹਾਂ ਦੇਖੀਏ? ਦੇਖੋ, ਗੱਲ ਇਹ ਹੈ ਕਿ ਇਹਨਾਂ ਦੇ ਕੋਲ ਬਹੁਤ ਸ਼ਾਰਪ ਤੇ ਕਾਰਪੋਰੇਟ ਮਾਈਂਡ ਹੈਗੇ ਆ ਜਿਹੜੇ ਸਟ੍ਰੈਟਜੀ ਪਲਾਨ ਕਰਦੇ ਆ। ਉਹਦੇ ਨਾਲ ਇਹ ਹੁੰਦਾ ਹੈ ਕਿ ਜਦੋਂ ਕਿਸੇ ਇੱਕ ਘਟਨਾ ਦਾ ਸਮਾਜ ਦੇ ਵਿੱਚ ਕੀ ਅਸਰ ਹੋਣਾ ਹੈ, ਉਸ ਦੇ ਪੈਰਲਲ ਦੂਸਰੀ ਘਟਨਾ ਜਿਹੜੀ ਜਾਂ ਦੂਸਰਾ ਪੈਰਾਡਾਈਮ ਹੈ ਉਹ ਉਸਾਰ ਦਿੱਤਾ ਜਾਂਦਾ ਹੈ। ਹੋਰ ਹਜ਼ਾਰ ਕਿਸਮ ਦੀਆਂ ਮੋਦੀ ਸਾਹਿਬ ਗੱਲਾਂ ਕਰਦੇ ਆ, ਕਿਸਾਨੀ ਤੇ ਕਦੇ ਇੱਕ ਦੋ ਹਰਫੀ ਬਿਆਨ ਵੀ ਨਹੀਂ ਦਿੰਦੇ। ਲਾ ਪਾ ਕੇ ਜਿੰਨੇ ਵਾਰੀ ਗੱਲ ਹੋਈ ਹੈ, ਕਿਸਾਨੀ ਜ਼ੋਰ ਲਾ ਰਹੀ ਹੈ ਕਿ ਸਾਡੇ ਨਾਲ ਕਦੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਵੀ ਗੱਲ ਕਰ ਲੈਣ, ਸ਼ਾਇਦ ਉਹਨਾਂ ਨੇ ਕਦੇ ਨਹੀਂ ਕੀਤੀ। ਇਸ ਕਰਕੇ ਜਿਹੜੇ ਇਸ ਕਿਸਮ ਦੇ ਹਾਲਾਤ ਬਣਦੇ ਆ, ਇਸ ਕਿਸਮ ਦੇ ਹਾਲਾਤ ਦੇ ਵਿੱਚ ਜਿਹੜੀਆਂ ਉਹਨਾਂ ਦੇ ਸਟ੍ਰੈਟਜਿਸਟ ਹੈ, ਜਿਹੜੇ ਉਹਨਾਂ ਨੂੰ ਦੱਸਦੇ ਆ ਕਿ ਰਾਜ ਕਰਨ ਦਾ ਰਸਤਾ ਕਿੱਧਰ ਦੀ ਹੋ ਕੇ ਗੁਜ਼ਰਦਾ ਹੈ, ਉਹ ਹਰ ਘਟਨਾ ਦੇ ਖਿਲਾਫ ਇੱਕ ਨਵੀਂ ਘਟਨਾ ਸਿਰਜ ਕੇ ਪਹਿਲੀ ਘਟਨਾ ਨੂੰ ਸਾਈਡਲਾਈਨ ਜਾਂ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਪਿਛਲੇ ਦਿਨਾਂ ਦੇ ਵਿੱਚ, ਮੋਦੀ ਸਾਹਿਬ ਅਮਰੀਕਾ ਦੇ ਦੌਰੇ ਤੇ ਗਏ। ਜਦੋਂ ਪਹਿਲੇ ਦੌਰੇ ਤੇ ਗਏ ਸੀ ਤਾਂ ਉਦੋਂ ਡੋਨਾਲਡ ਟਰੰਪ ਵੇਲੇ ਕਿਸ ਕਿਸਮ ਦਾ ਸਵਾਗਤ ਹੋਇਆ ਜਾਂ ਕਿਸ ਕਿਸਮ ਦਾ ਸਟੇਜ ਸ਼ੋਅ ਕੀਤਾ ਗਿਆ। ਇਸ ਵਾਰੀ ਜਦੋਂ ਗਏ ਤਾਂ ਸ਼ਾਇਦ ਉਸ ਕਿਸਮ ਦੀ ਮਕਬੂਲੀਅਤ ਨਹੀਂ ਮਿਲੀ। ਹੁਣ ਸਰਕਾਰ ਨੂੰ ਵੀ ਪਤਾ ਹੈ, ਸਰਕਾਰ ਇਸ ਗੱਲ ਨੂੰ ਵੀ ਜਾਣਦੀ ਹੈ ਕਿ ਉਹਨਾਂ ਦੀ ਵਿਰੋਧੀ ਧਿਰ ਦੇ ਵਿੱਚ ਕੌਣ ਬੈਠਾ ਹੋਇਆ, ਉਸ ਦੀ ਤਾਕਤ ਕੀ ਹੈ, ਉਸ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿ ਸਰਕਾਰ 3 ਕਾਨੂੰਨ ਵਾਪਸ ਲੈ ਲਵੇ। ਸਰਕਾਰ ਨੂੰ ਡਰ ਇਹ ਹੈ ਕਿ ਜੇ ਇੱਕ ਵਾਰੀ ਇੱਕ ਪੈਰ ਪਿੱਛੇ ਚੱਕਿਆ ਤਾਂ ਗੱਲ 3 ਕਾਨੂੰਨਾਂ ਤੇ ਨਹੀਂ ਰੁਕਣੀ। ਉਸ ਤੋਂ ਬਾਅਦ ਜਿਹੜੀਆਂ ਹੋਰ ਬਹੁਤ ਸਾਰੀਆਂ ਐਜੀਟੇਸ਼ਨ ਕਰ ਰਹੀਆਂ ਧਿਰਾਂ, ਐਜੂਕੇਸ਼ਨਲ ਸੰਸਥਾਵਾਂ ਹੈ, ਵੇਚੇ ਹੋਏ 에ਅਰਪੋਰਟ ਹੈ ਜਾਂ ਹੋਰ ਸਮਾਜਿਕ ਸੰਸਥਾਵਾਂ, ਬੰਦਰਗਾਹਾਂ, ਇਲਾਕੇ, ਉਹ ਮਾਸ ਮੂਵਮੈਂਟਸ ਇਸ ਤੋਂ ਵੱਧ ਖੜੀਆਂ ਹੋਣਗੀਆਂ ਤੇ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਹੋ ਜਾਊਗਾ ਕਿ ਲੜਾਈ ਕਰਕੇ ਫੈਸਲੇ ਬਦਲੇ ਵੀ ਜਾ ਸਕਦੇ ਆ। ਕਿਉਂਕਿ ਹੁਣ ਤੱਕ ਛਵੀ ਇਹ ਬਣੀ ਹੋਈ ਹੈ ਕਿ ਮੋਦੀ ਹੈ ਤਾਂ ਮੁਮਕਿਨ ਹੈ। ਜੋ ਮੋਦੀ ਸਾਹਿਬ ਨੇ ਇੱਕ ਵਾਰੀ ਫੈਸਲਾ ਲੈ ਲਿਆ, ਉਹ ਉਸ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਦੇ। ਸ਼ਾਇਦ ਇਹ ਪਹਿਲੀ ਵਾਰੀ ਹੈ ਕਿ ਉਹਨਾਂ ਦਾ ਇੱਕ ਉਸ ਕਿਸਮ ਦੀ ਜਮਾਤ ਨਾਲ ਵਾਹ ਪੈ ਗਿਆ ਜਿਹੜੀ ਵੀ ਇਤਿਹਾਸਕ ਤੌਰ ਤੇ ਖੁਦ ਪਿੱਛੇ ਹਟਣ ਨੂੰ ਤਿਆਰ ਨਹੀਂ ਹੁੰਦੀ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਬੜਾ ਫੈਸਲਾਕੁਨ ਸਮਾਂ ਆਇਆ ਹੋਇਆ ਹੈ ਕਿ ਜੇ ਕਿਸਾਨੀ ਇਸ ਮੋਰਚੇ ਤੋਂ ਹਾਰਦੀ ਹੈ, ਕਾਰਪੋਰੇਟ ਜਿੱਤਦਾ ਹੈ, ਤਾਂ ਸਾਡੇ ਛੋਟੇ ਕਿਸਾਨ, ਸਾਡੇ ਛੋਟੇ ਦੁਕਾਨਦਾਰ, ਸਾਡੀਆਂ ਛੋਟੀਆਂ ਮੰਡੀਆਂ ਜਾਂ ਸਾਡੇ ਛੋਟੇ ਰੁਜ਼ਗਾਰ ਹੈ, ਉਹ ਸਿੱਧੇ ਤੌਰ ਤੇ ਇੱਕ ਵੱਡੇ ਵਪਾਰੀ ਦੇ ਹੱਥ ਚਲੇ ਜਾਣਗੇ। ਜਿਹੜੇ ਨਵੇਂ ਕਾਰਪੋਰੇਟ ਹੈ, ਇਹਨਾਂ ਦੀ ਜਿਹੜੀ ਸਭ ਤੋਂ ਭੈੜੀ ਗੱਲ ਹੈ ਉਹ ਇਹ ਹੈ ਕਿ ਇਹ ਇੰਡਸਟਰੀਲਿਸਟ ਨਹੀਂ ਹੈ, ਇਹ ਕਾਰਪੋਰੇਟ ਹੈ, ਇਹ ਟਰੇਡਰ ਹੈ। ਜਿਹੜਾ ਇੰਡਸਟਰੀਲਿਸਟ ਹੁੰਦਾ ਹੈ ਉਹ ਕਿਤੇ ਸਨਅਤ ਲਾਉਂਦਾ ਹੈ, ਕਿਤੇ ਕਾਰਖਾਨਾ ਲਾਉਂਦਾ ਹੈ, ਉਹਦੇ ਨਾਲ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ, ਉਸ ਇਲਾਕੇ ਦੀ ਤਰੱਕੀ ਹੁੰਦੀ ਹੈ। ਇਹਨਾਂ ਦਾ ਕੰਮ ਕੀ ਹੈ ਕਿ ਵਿਦੇਸ਼ ਦੇ ਵਿੱਚੋਂ ਕਨੋਲਾ ਲਿਆ ਕੇ, ਜੋ ਕੈਨੇਡਾ ਦੇ ਵਿੱਚੋਂ ਸਰੋਂ ਆਉਂਦੀ ਹੈ ਉਹਨਾਂ ਦੀ, ਜਿਹਨੂੰ ਕਨੋਲਾ ਕਿਹਾ ਜਾਂਦਾ ਹੈ, ਚੀਨ ਵਾਲੇ ਉਹਦਾ ਤੇਲ ਬਣਾ ਦਿੰਦੇ ਆ ਤੇ ਅਡਾਨੀ ਸਾਹਿਬ ਆਪਣੀ ਬੰਦਰਗਾਹ ਤੋਂ ਭਰ ਕੇ ਉਹ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਦੇ ਵਿੱਚ ਭੇਜ ਦਿੰਦੇ ਆ। ਇਸੇ ਤਰੀਕੇ ਨਾਲ ਬਹੁਤੀ ਬਰੀਕੀ ਜੇ ਆਪਾਂ ਨਾ ਵੀ ਜਾਈਏ, ਪਿਛਲੇ ਦਿਨਾਂ 'ਚ ਜਿਹੜੀ ਬੰਦਰਗਾਹ ਹੈ ਉਹ ਕਈ ਨਸ਼ੇ ਦੇ ਕਾਰਨਾਂ ਕਰਕੇ ਵੀ ਕਿੰਤੂ ਪਰੰਤੂ ਦੇ ਵਿੱਚ ਆਈ। ਹੁਣ ਜਿਹੜੀ ਗੱਲ ਤੁਸੀਂ ਪੁੱਛੀ ਸੀ ਕਿ ਕੀ ਕਾਰਨ ਹੈ ਸਾਰੀਆਂ ਘਟਨਾਵਾਂ ਕਿਸੇ ਐਂਡ ਰਿਜ਼ਲਟ ਤੱਕ ਕਿਉਂ ਨਹੀਂ ਪਹੁੰਚਦੀਆਂ, ਦਬ ਕਿਉਂ ਜਾਂਦੀਆਂ? ਜਦੋਂ ਸਾਰੇ ਰਾਜਤੰਤਰ ਦਾ ਅੱਛੇ ਤਰੀਕੇ ਨਾਲ ਜੁਡੀਸ਼ਰੀ ਦੇ ਉੱਪਰ, ਪੁਲਿਸ ਦੇ ਉੱਪਰ ਕਬਜ਼ਾ ਹੋਵੇ, ਉਸ ਸਮੇਂ ਇਸ ਕਿਸਮ ਦੀਆਂ ਸੰਭਾਵਨਾਵਾਂ ਬਹੁਤ ਘੱਟ ਰਹਿੰਦੀਆਂ ਕਿ ਕਿਸੇ ਵੀ ਵਿਅਕਤੀ ਨੂੰ ਸਚਾਈ ਜਾਂ ਕਿਸੇ ਵੀ ਵਿਅਕਤੀ ਨੂੰ ਉਸ ਦਾ ਹੱਕ ਹੈ ਜਿਹੜਾ ਮਿਲੂਗਾ। ਕਿਸਾਨੀ ਬਾਰੇ ਤੁਸੀਂ ਦੇਖ ਲਓ, ਜਿਹੜੀ ਐਜੀਟੇਸ਼ਨ ਕਰ ਰਹੀ ਹੈ, ਲਗਾਤਾਰ 3 ਵਾਰ ਫੈਸਲਾ ਕਰਕੇ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਣਾ ਹੈ, ਉਸ ਤੋਂ ਬਾਅਦ ਫਿਰ ਡਰ ਜਾਂਦੇ ਆ ਕਿ ਜੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਗਏ ਕਿਤੇ ਇਹ ਨਾ ਹੋਵੇ ਸਾਡੇ ਰਸਤੇ ਬੰਦ ਹੋ ਜਾਣ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿੰਨਾ ਦੇ ਘਰ CBI ਦੇ ਇਨਕਮ ਟੈਕਸ ਦੇ ਛਾਪੇ ਵੱਜਦੇ ਆ। ਰਾਤੋਂ ਰਾਤ ਵਿਅਕਤੀ ਹੈ ਜਿਹੜਾ, ਜਦੋਂ ਉਹ ਥੋੜੀ ਜਿਹੀ ਆਪਣੀ ਆਵਾਜ਼ ਉੱਚੀ ਕਰਦਾ ਹੈ ਤਾਂ ਉਸ ਨੂੰ ਸਾਈਡਲਾਈਨ ਕਰ ਦਿੱਤਾ ਜਾਂਦਾ ਹੈ। ਕਿਉਂਕਿ ਇਸ ਕਿਸਮ ਦੀ ਜਿਹੜੀ ਹੁਣ ਤਾਕਤ ਹੈ, ਜਿਹਦੇ ਵਿੱਚ ਸ਼ਰੇਆਮ ਇੱਕ ਸਰਕਾਰ ਚਲਾ ਰਿਹਾ ਵਿਅਕਤੀ ਜਿਹਨੇ ਰੱਖਿਆ ਕਰਨੀ ਹੁੰਦੀ ਹੈ ਆਪਣੀ ਪ੍ਰਜਾ ਦੀ, ਉਹ ਕਹੇ ਕਿ ਤੁਸੀਂ 5-5, 700 ਬੰਦੇ ਇਕੱਠੇ ਹੋ ਕੇ ਡਾਂਗਾਂ ਲੈ ਲਓ, ਜਾਂ ਇੱਕ ਮੰਤਰੀ ਕਹੇ ਕਿ ਮੈਂ 2 ਮਿੰਟਾਂ 'ਚ ਸੁਧਾਰ ਦਿੰਦਾ, ਜਾਂ ਈਸਟ ਇੰਡੀਆ ਕੰਪਨੀ ਤੋਂ ਵੀ ਬੁਰੀ ਕਰਨ ਕਿ ਆਰਾਮ ਨਾਲ ਤੁਰੇ ਜਾਂਦੇ ਸੰਵਿਧਾਨਕ ਹੱਕ ਦੇ ਤੌਰ ਤੇ ਪ੍ਰੋਟੈਸਟ ਕਰ ਰਹੇ ਬੰਦਿਆਂ ਤੇ ਪਿੱਛੋਂ ਲਿਆ ਕੇ ਜੀਪ ਚੜਾ ਦਿੱਤੀ ਜਾਵੇ ਤੇ ਉਹ ਬੰਦੇ ਤੇ ਬਿਨਾਂ ਪ੍ਰੈਸ਼ਰ ਪਾਇਆ ਕੇਸ ਰਜਿਸਟਰ ਕਰਨ ਨੂੰ ਵੀ ਤਿਆਰ ਨਾ ਹੋਣ, ਤਾਂ ਇਹੋ ਜਿਹੇ ਹਾਲਾਤ ਦੇ ਵਿੱਚ ਸਾਨੂੰ ਸਹਿਜੇ ਅੰਦਾਜ਼ਾ ਲੱਗ ਸਕਦਾ ਹੈ ਕਿ ਇਨਸਾਫ ਮਿਲਣ ਦੀਆਂ ਜਾਂ ਇਨਸਾਫ ਨੂੰ ਸਾਹਮਣੇ ਲਿਆਉਣ ਵਾਲੀਆਂ ਸੰਸਥਾਵਾਂ ਦਾ ਕੀ ਹਸ਼ਰ ਹੋ ਰਿਹਾ ਹੈ ਤੇ ਸ਼ਾਇਦ ਕੀ ਹਸ਼ਰ ਹੋਊਗਾ।
ਬਿਲਕੁਲ। ਮੇਰਾ ਆਖਰੀ ਸਵਾਲ ਹੈ ਸੰਧੂ ਸਾਹਿਬ ਕਿ ਇਹ ਸਾਰਾ ਕੁਝ ਜੋੜ ਦਿੱਤਾ ਜਾਂਦਾ ਹੈ ਕਿ ਤਾਨਾਸ਼ਾਹੀ ਹੈ, ਹਿਟਲਰਸ਼ਾਹੀ ਹੈ, ਪਰ ਇੱਥੇ ਇੰਡੀਆ ਦੇ ਹਿਸਾਬ ਨਾਲ ਲੱਗਦਾ ਕਿ ਇਹ ਸਿਰਫ ਮੋਦੀ ਮਾਈਂਡ ਜਿਹੜਾ ਉਹ ਕੰਮ ਕਰ ਰਿਹਾ। ਇਹਦੇ ਪਿੱਛੇ ਨਾ ਤਾਂ ਉਹ ਬੀਜੇਪੀ ਦੇ ਜਿਹੜੇ ਦਿੱਗਜ ਲੀਡਰ ਨੇ ਉਹ ਬੋਲਣਾ ਚਾਹੁੰਦੇ ਨੇ, ਪਰ ਕਿਸੇ ਕਾਰਨ ਕਰਕੇ ਮਾੜੀ ਮੋਟੀ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਘੁਰਕੀ ਵੱਟ ਦਿੱਤੀ ਜਾਂਦੀ ਹੈ, ਉਹ ਫਿਰ ਚੁੱਪ ਜਾ ਕਰ ਜਾਂਦੇ ਨੇ, ਬੋਲਣ ਨੂੰ ਤਿਆਰ ਨਹੀਂ। ਥੋੜਾ ਬਹੁਤਾ ਕਿਸੇ ਨਾ ਕਿਸੇ ਤੋਂ, ਜਿਵੇਂ ਰਾਜਨਾਥ ਸਿੰਘ ਹੋਰਾਂ ਤੋਂ ਉਮੀਦ ਲੱਗੀ ਸੀ, ਪਰ ਕੋਈ ਤਾਂ ਤਾਕਤ ਹੋਏਗੀ ਪਿੱਛੇ ਜਿਹੜੀ ਮਤਲਬ ਕਿ ਕਾਰਪੋਰੇਟ ਤੋਂ ਇਲਾਵਾ ਵੀ ਜਿਹੜੀ ਮੋਦੀ ਸਰਕਾਰ ਨੂੰ ਪਿੱਛੇ ਹੋਣ ਦੇ ਲਈ ਰੋਕ ਰਹੀ ਹੈ ਤੇ ਪਿੱਛੇ ਨਹੀਂ ਹੋਣਾ, ਅੱਗੇ ਹੋਰ ਵਧਣਾ। ਜਿਹੜੀ ਸੁਪਰੀਮ ਕੋਰਟ ਨੂੰ ਜਦੋਂ ਆਪਾਂ ਦੇਖਦੇ ਹਾਂ ਕਿ ਇਹ ਮਾਨਯੋਗ ਸੁਪਰੀਮ ਕੋਰਟ ਵੀ ਜਦੋਂ 2-4 ਵਾਰ ਫਟਕਾਰਾ ਮਾਰਦੇ ਨੇ, ਫਿਰ ਕਿਤੇ ਜਾ ਕੇ ਸਰਕਾਰ ਦੀ ਨੀਂਦ ਖੁੱਲਦੀ ਹੈ, ਤੇ ਉਹ ਵੀ ਸਿਰਫ ਕਹਿ ਸਕਦੇ ਹਾਂ ਕਿ ਖਾਨਾ ਪੂਰਤੀ ਤੱਕ, ਕਿ ਇੰਨਾ ਕੁ ਕੰਮ ਕਰ ਦਿਓ, ਬਾਕੀ ਆਪਣੇ ਹਿੱਸੇ ਵਿੱਚ ਰੱਖੋ। ਦੇਖੋ, ਜਿੱਥੋਂ ਤੱਕ ਹੋਰ ਤਾਕਤਾਂ ਦੀ ਗੱਲ ਹੈ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਵਰਤਮਾਨ ਸਮੇਂ ਦੇ ਵਿੱਚ ਜਿਹੜੀ ਪਾਵਰ ਹੈ ਉਹ ਹਾਈਲੀ ਸੈਂਟਰਲਾਈਜ਼ਡ ਹੈ। ਦੂਸਰੇ ਨੰਬਰ ਦੇ ਉੱਪਰ ਜਿਹੜੀ ਕੇਂਦਰ ਦੀ ਸਰਕਾਰ ਚੱਲਦੀ ਹੈ, ਇਹ ਇਕੱਲੀ ਰਾਜਨੀਤਿਕ ਪਾਰਟੀ ਨਹੀਂ ਚਲਾਉਂਦੀ। ਜਿਨ੍ਹਾਂ ਲੋਕਾਂ ਦੇ ਆਪਣੇ ਮੁਲਕ ਦੇ ਵਿੱਚ ਆਰਥਿਕ ਇੰਟਰਸਟ ਹੁੰਦੇ ਆ ਉਹ ਵੀ ਨਾਲ ਲੱਗਦੇ ਆ। ਜਿਨ੍ਹਾਂ ਹੋਰ ਮੁਲਕਾਂ ਦੇ ਤੁਹਾਡੇ ਮੁਲਕ ਨਾਲ ਵਪਾਰਕ ਇੰਟਰਸਟ ਹੁੰਦੇ ਆ, ਤੁਹਾਡੇ ਨਾਲ ਉਹ ਵੀ ਲੱਗਦੇ ਆ। ਉਹ ਸਾਰੇ ਵਪਾਰਕ ਤੇ ਆਰਥਿਕ ਇੰਟਰਸਟ ਵਾਲੇ ਲੋਕ ਤੇ ਆਪਣੇ ਮੁਲਕ ਦੇ ਵਿੱਚ ਆਪਣੀ ਸਟੈਬਲਿਸ਼ਮੈਂਟ ਨੂੰ ਵਧਾਉਣ ਵਾਲੇ ਲੋਕ ਇਕੱਠੇ ਹੋ ਕੇ ਸਿੰਡੀਕੇਟ ਦੇ ਤੌਰ ਤੇ ਕੰਮ ਕਰਦੇ ਆ। ਉਹ ਹਰ ਇੱਕ ਪਾਰਟੀ ਨੂੰ ਫੰਡ ਵੀ ਕਰਦੇ ਆ। ਉਹ ਫੰਡ ਦੇ ਆਧਾਰ ਤੇ ਜਿਹੜੇ ਵੱਖ-ਵੱਖ ਥਾਵਾਂ ਤੇ ਇਹਨਾਂ ਦੀਆਂ ਰੈਲੀਆਂ ਕਰਵਾਉਣੀਆਂ, ਇਵੈਂਟ ਮੈਨੇਜ ਕਰਨੇ, ਉਹਦੇ ਲਈ ਪੈਸਾ ਮੁਹੱਈਆ ਕਰਾਉਣਾ, ਮੀਡੀਆ ਖਰੀਦ ਕੇ ਤੁਹਾਨੂੰ ਉਸ ਨੂੰ ਇੱਕ ਪਰਟੀਕੂਲਰ ਲਾਈਨ ਦੇ ਵਿੱਚ ਚਲਾਉਣਾ, ਵੱਖ-ਵੱਖ ਏਰੀਆ ਦੇ ਵਿੱਚੋਂ ਪੱਤਰਕਾਰ, ਇੰਟੈਲੈਕਚੁਅਲ ਖਰੀਦਣੇ, ਇਹ ਸਾਰਾ ਕੰਮ ਇੱਕ ਸਿਸਟਮ ਦੇ ਵਿੱਚ ਚੱਲਦਾ ਹੈ। ਏਡੇ ਵੱਡੇ ਸਿਸਟਮ ਦੇ ਵਿੱਚ ਰਾਤੋਂ ਰਾਤ ਕਿਸੇ ਬੰਦੇ ਦਾ ਐਂਟਰ ਹੋਣਾ ਜਿਹੜਾ ਉਹ ਸੰਭਵ ਨਹੀਂ ਹੁੰਦਾ। ਇਸ ਲਈ ਜਿਹੜੇ ਇਕੱਲੇ ਬੰਦੇ ਹੈ, ਜੇ ਉਹਨਾਂ ਦਾ ਡਾਈਸੈਂਟ ਵੌਇਸ ਵੀ ਹੈ ਤਾਂ ਉਹਨਾਂ ਤੇ ਕੰਟਰੋਲ ਇੰਨਾ ਹੈ। ਜਦੋਂ ਪਾਰਟੀ ਦੀ ਪ੍ਰੈਜ਼ੀਡੈਂਟਸ਼ਿਪ ਤੁਹਾਡੇ ਆਪਣੇ ਵਿਅਕਤੀ ਦੇ ਹੱਥ ਦੇ ਵਿੱਚ ਹੋਵੇ, ਪਾਰਟੀ ਦਾ ਜਿਹੜਾ ਪ੍ਰਧਾਨ ਹੈ ਉਹ ਤੁਹਾਡਾ ਆਪਣਾ ਹੋਵੇ, ਤਾਂ ਅੱਜ ਦੀ ਡੇਟ ਦੇ ਵਿੱਚ ਇਸੇ ਕਰਕੇ ਵਾਰ-ਵਾਰ ਜਿਹੜਾ ਟਕੈਤ ਸਾਹਿਬ ਜ਼ਿਕਰ ਕਰਦੇ ਆ ਕਿਸਾਨ ਨੇਤਾ ਕਿ ਅੱਜ ਬੀਜੇਪੀ ਦੀ ਸਰਕਾਰ ਨਹੀਂ ਹੈ, ਬਲਕਿ ਇਹ ਤਾਂ ਕਾਰਪੋਰੇਟ ਦੀ ਸਰਕਾਰ ਹੈ। ਇਸ ਕਰਕੇ ਜੇ ਕਾਰਪੋਰੇਟ ਪਿੱਛੇ ਖੜਾ ਹੋਇਆ ਹੈ ਤਾਂ ਜਾਂ ਤਾਂ ਉਹਨਾਂ ਦਾ ਕੋਈ ਵਿਰੋਧੀ ਕਾਰਪੋਰੇਟ ਖੜਾ ਹੋਵੇ ਜਿਹੜਾ ਅਜੇ ਤੱਕ ਨਜ਼ਰ ਨਹੀਂ ਆ ਰਿਹਾ, ਕਿਉਂਕਿ ਵੱਡੇ ਪੱਧਰ ਤੇ ਹਜ਼ਾਰਾਂ ਗੁਣਾ ਉਹਨਾਂ ਪੁਰਾਣੇ ਕਾਰਪੋਰੇਟਸ ਦੀਆਂ ਜਿਨ੍ਹਾਂ ਨੂੰ ਥਾਪੜਾ ਮਿਲਿਆ ਹੋਇਆ ਪ੍ਰਾਪਰਟੀਆਂ ਵਧੀਆਂ, ਅਤੇ ਉਸੇ ਦੇ ਆਧਾਰ ਤੇ ਆਉਣ ਵਾਲੀਆਂ ਚੋਣਾਂ ਜਿੱਤੀਆਂ ਜਾਂਦੀਆਂ। ਸਾਡੇ ਚੋਣਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਦੇ ਆਧਾਰ ਤੇ ਹੀ ਅਗਲੀ ਸਰਕਾਰ ਬਣਦੀ ਹੈ। ਇਸ ਕਰਕੇ ਵਿਰੋਧੀਆਂ ਨੂੰ ਵੀ ਪਤਾ ਹੈ ਕਿ ਉਹ ਡਾਈਸੈਂਟ ਦੇ ਕੇ ਪਾਸੇ ਹੋ ਕੇ ਕੁਝ ਵੱਡਾ ਨਹੀਂ ਕਰ ਸਕਦੇ। ਤੇ ਜਿਹੜੇ ਵਿਅਕਤੀ ਕਿਸੇ ਸਮੇਂ ਤੇ ਜਦੋਂ ਇਹਨਾਂ ਦਾ ਰਾਜ ਆਇਆ ਉਦੋਂ ਵੱਡਾ ਨਾਅਰਾ ਲਾਉਂਦੇ ਸੀ, ਅੰਨਾ ਹਜ਼ਾਰੇ ਨੇ 1 ਸਾਲ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਕਦੇ ਇੱਕ ਬਿਆਨ ਵੀ ਨਹੀਂ ਦਿੱਤਾ ਕਿ ਇਹ ਵੀ ਲੋਕ ਅੰਦੋਲਨ ਹੈ, ਇਹ ਵੀ ਜਨਸ਼ਕਤੀ ਦਾ ਅੰਦੋਲਨ ਹੈ, ਇਹ ਵੀ ਉਹਨਾਂ ਲੋਕਾਂ ਦਾ ਅੰਦੋਲਨ ਹੈ ਜਿਹੜੇ ਦੱਬੇ ਕੁਚਲੇ ਹੋਏ ਹੈ। ਇਸ ਦਾ ਵੀ ਕੋਈ ਨਾ ਕੋਈ ਹੱਲ ਲੱਭਿਆ ਜਾ ਸਕਦਾ ਹੈ। ਸਰਕਾਰ ਕੋਲੇ ਤਾਕਤ ਹੈ, ਕਾਨੂੰਨ ਇੱਕ ਵਾਰੀ ਰੱਦ ਕਰਕੇ ਦੂਸਰੀ ਵਾਰ ਫਿਰ ਉਹਨਾਂ ਕੋਲੇ ਬਹੁ ਗਿਣਤੀ ਹੈ, ਬਣਾ ਸਕਦੀ ਹੈ। 100 ਹੀਲੇ ਵਸੀਲੇ ਹੋ ਸਕਦੇ ਹੈ, ਪਰ ਇਹ ਇੱਕ ਲਕੀਰ ਕੱਢੀ ਹੋਈ ਹੈ ਕਿ ਜੇ ਇਹਨਾਂ ਨੂੰ ਇਸ ਪਾਸਿਓਂ ਹਟਾਇਆ ਤਾਂ ਕਿਧਰੋਂ ਕੋਈ ਹੋਰ ਧਿਰ ਨਾ ਉੱਠ ਖੜੇ। ਇਸ ਕਰਕੇ ਇਹਨੂੰ ਐਵੇਂ ਹੀ ਚੱਲਣ ਦਿਓ। ਮੈਨੂੰ ਇਹ ਲੱਗਦਾ ਹੈ ਕਿ ਇਹ ਸੱਤਾ ਦੇ ਵਿੱਚ ਬੈਠੇ ਹੋਏ ਵਿਅਕਤੀਆਂ ਦੇ ਵੀ ਹੱਕ 'ਚ ਹੈ, ਤੇ ਜਿਹੜੇ ਕੋਈ ਸੱਤਾ ਪਲਟਣ ਲਈ ਛੋਟੀ ਮੋਟੀ ਵਿਰੋਧੀ ਧਿਰ ਬਣਾਉਣ ਵਾਲੇ ਹੈ ਉਹ ਬੀਜੇਪੀ ਦੇ ਵਿੱਚ ਤਾਂ ਚੁੱਪ ਕਰ ਜਾਂਦੇ ਹੈ ਕਿ ਉਹਨਾਂ ਨੂੰ ਮੁਰਲੀ ਮਨੋਹਰ ਜੋਸ਼ੀ, LK ਅਡਵਾਨੀ, ਯਸ਼ਵੰਤ ਸਿਨਹਾ ਜਾਂ ਉਸ ਕਿਸਮ ਦੇ ਹੋਰ ਵਿਅਕਤੀ ਯਾਦ ਆ ਜਾਂਦੇ ਹੈ ਜਿਨ੍ਹਾਂ ਦੀ ਮਗਰੋਂ ਕਿਸੇ ਨੇ ਬਾਤ ਨਹੀਂ ਪੁੱਛੀ, ਜਿਨ੍ਹਾਂ ਨੇ ਰਥ ਯਾਤਰਾ ਕਰਕੇ ਇਹ ਸਰਕਾਰ ਦਾ ਬੇਸ ਬਣਾਇਆ ਸੀ। ਜੇ ਐਡੇ ਵੱਡੇ ਨੇਤਾ ਪਾਸੇ ਹੋ ਸਕਦੇ ਹੈ ਤਾਂ ਅੱਜ ਜੇ ਥੋੜਾ ਬਹੁਤਾ ਦਬੀ ਸੁਰ 'ਚ ਗਡਕਰੀ ਬੋਲਦੇ ਆ, ਰਾਜਨਾਥ ਸਿੰਘ ਬੋਲਦੇ ਆ, ਤਾਂ ਉਹਨਾਂ ਨੂੰ ਆਪਦੀ ਤਾਕਤ ਤੇ ਸਮਰੱਥਾ ਦਾ ਸ਼ਾਇਦ ਪਤਾ ਹੋਵੇ। ਬਿਲਕੁਲ। ਇੱਥੇ ਮੈਂ ਇੱਕ ਗੱਲ ਦਰਸ਼ਕਾਂ ਲਈ ਕਲੀਅਰ ਕਰਦਾ ਸੰਧੂ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਅੰਨਾ ਹਜ਼ਾਰੇ ਨਾਲ ਕਿਸਾਨ ਆਗੂਆਂ ਨੇ ਉੱਥੇ ਜਾ ਕੇ ਮੀਟਿੰਗ ਕੀਤੀ ਸੀ, ਸ਼ਾਇਦ ਮਹਾਰਾਸ਼ਟਰ ਦੇ ਵਿੱਚ ਜਾ ਕੇ ਕੀਤੀ ਸੀ। ਉੱਥੇ ਉਹਨਾਂ ਨੇ ਮਤਲਬ ਉਸ ਪੱਧਰ ਦਾ ਹੁੰਗਾਰਾ ਨਹੀਂ ਭਰਿਆ ਜਿਵੇਂ ਦਾ ਭਰਨਾ ਚਾਹੀਦਾ ਹੈ ਕਿ ਹਾਜ਼ਰੀ ਇੱਥੇ ਲਗਵਾਉਣੀ,
ਹਾਲਾਂਕਿ ਇਹ ਜ਼ਰੂਰ ਹੈ ਕਿ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਇੱਕ ਅੱਧਾ ਉਹਨਾਂ ਦਾ ਬਿਆਨ ਮਾੜਾ ਮੋਟਾ ਸਾਹਮਣੇ ਆਇਆ ਸੀਗਾ ਕਿ ਦੇਸ਼ ਦੇ ਵਿੱਚ ਇੱਕ ਵੱਡਾ ਢਾਂਚਾ ਖੜਾ ਕਰਨ ਦੀ ਜ਼ਰੂਰਤ ਹੈ, ਜਮਹੂਰੀਅਤ ਦੇ ਵਿੱਚ ਕਿਸ ਤਰ੍ਹਾਂ ਬਚਾਉਣਾ ਹੈ, ਇਹੋ ਜਿਹੀਆਂ ਗੱਲਾਂ ਹੋਈਆਂ। ਪਰ ਉਸ ਪੱਧਰ ਦਾ ਬਿਆਨ ਨਹੀਂ ਆਇਆ ਜਿਹਦੇ ਨਾਲ ਜਿਹੋ ਜਿਹਾ ਅਨਸ਼ਨ ਆਪਾਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਦਾ ਦੇਖਿਆ, ਜਿਹ ਚੋਂ ਆਮ ਆਦਮੀ ਪਾਰਟੀ ਨਿਕਲੀ। ਅੱਛਾ, ਜਾਂਦੇ ਜਾਂਦੇ ਹੁਣ ਥੋੜਾ ਜਿਹਾ ਮੇਰੇ ਧਿਆਨ ਵਿੱਚ ਇੱਕ ਹੋਰ ਸਵਾਲ ਆਇਆ ਕਿ ਹੁਣ ਲੋਕ ਪੁੱਛਦੇ ਹੋਣਗੇ ਕਿ ਇਹਦਾ ਹੱਲ ਕੀ ਆ, ਸਿਆਸੀ ਪਾਰਟੀਆਂ ਦੇ ਧਿਆਨ ਵਿੱਚ ਵੀ, ਉਹਨਾਂ ਲਈ ਵੀ ਤੇ ਆਮ ਲੋਕਾਂ ਲਈ ਵੀ ਕੀ ਕਰਨਾ ਚਾਹੀਦਾ ਉਹਨਾਂ ਨੂੰ ਕਿ ਇਸ ਜਿਹੜੀ ਤਾਨਾਸ਼ਾਹੀ ਦੀ ਸਿਆਸਤ ਹੈ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ। ਦੇਖੋ, ਭਾਵੇਂ ਅਸੀਂ ਇਸ ਨੂੰ ਤਾਨਾਸ਼ਾਹੀ ਨਹੀਂ ਕਹਿ ਸਕਦੇ, ਕਿਉਂਕਿ ਜਿਹੜੇ ਵੀ ਵਿਅਕਤੀ ਇਹ ਚੁਣ ਕੇ ਆਉਂਦੇ ਆ, ਸਾਡੇ ਲੋਕ ਹੀ ਵੋਟਾਂ ਪਾ ਕੇ ਉਹਨਾਂ ਨੂੰ ਚੁਣਦੇ ਆ। ਜੇ ਇਹ ਤਾਨਾਸ਼ਾਹੀ ਨਹੀਂ ਤਾਂ ਆਪਾਂ ਇਹ ਕਹਿ ਦਈਏ ਕਿ ਇਹ ਮੋਨੋਪੋਲੀ ਜ਼ਰੂਰ ਹੈ। ਮੋਨੋਪੋਲੀ ਤੋਂ ਮਤਲਬ ਇਹ ਹੈ ਕਿ ਕਿਸੇ ਹੋਰ ਧਿਰ ਦੀ ਸੁਣਵਾਈ ਨਹੀਂ ਹੈ। ਲੋਕਾਂ ਨੇ ਇੱਕ ਪਾਰਟੀ ਨੂੰ ਰਾਜ ਕਰਨ ਦਾ ਲੰਮੇ ਸਮੇਂ ਸਮਾਂ ਦਿੱਤਾ, ਉਸ ਜਿਹੜੀ ਧਿਰ ਨੇ ਐਮਰਜੈਂਸੀ ਲਗਾਈ, ਹੋਰ ਬਹੁਤ ਸਾਰੇ ਐਸੇ ਕੰਮ ਕੀਤੇ ਜਿਹੜੇ ਲੋਕ ਵਿਰੋਧੀ ਸੀ। ਬਹੁਤ ਸਾਰੇ ਨੇਤਾ ਸਾਡੇ ਸਾਹਮਣੇ ਆਏ ਜਿਹੜੇ ਵੱਡੇ ਵੱਡੇ ਚਾਰੇ ਦੇ ਸਕੈਮ ਤੋਂ ਲੈ ਕੇ ਕੋਲ ਸਕੈਮ, ਵੱਖ-ਵੱਖ ਸਕੈਮਾਂ ਦੇ ਵਿੱਚ ਫਸੇ। ਹੌਲੀ ਹੌਲੀ ਜਦੋਂ ਕਿ ਧਿਰ ਰਾਜ ਦੇ ਵਿੱਚ ਲੰਮਾ ਸਮਾਂ ਰਹਿ ਜਾਂਦੀ ਹੈ ਤਾਂ ਸ਼ਾਇਦ ਉਸ ਨੂੰ ਆਪਣੇ ਨੀਚੇ, ਜਿਵੇਂ ਜਿਵੇਂ ਉਹ ਸਾਲਾਂ ਦੇ ਹਿਸਾਬ ਨਾਲ ਤਾਕਤ ਦੇ ਉੱਪਰ ਜਾਈ ਜਾਂਦੀ ਹੈ ਤਾਂ ਥੱਲੇ ਆਉਣਾ, ਨਜ਼ਰ ਆਉਣਾ ਘਟ ਜਾਂਦਾ ਹੈ। ਮੇਰੇ ਹੁਣ ਤੱਕ ਯਾਦ ਹੈ ਕਿ ਜਦੋਂ 10-20 ਰੁਪਏ ਕਿਤੇ ਪੈਟਰੋਲ ਵੱਧਦਾ ਸੀ ਜਾਂ ਗੈਸ ਵੱਧਦੀ ਸੀ ਤਾਂ ਬੀਜੇਪੀ ਦੇ ਮੰਤਰੀ ਗੈਸ ਸਿਲੰਡਰ ਚੱਕ ਕੇ ਜਾਂ ਗਲਾਂ ਦੇ ਵਿੱਚ ਪਿਆਜ਼ ਦੀਆਂ ਜਿਹੜੀਆਂ ਮਾਲਾਵਾਂ ਪਵਾ ਕੇ ਸੜਕਾਂ ਤੇ ਉਤਰ ਆਉਂਦੇ ਸੀ। ਪਰ ਹੁਣ ਤੁਸੀਂ ਦੇਖ ਲਓ ਕਿ ਦੋਨੇ ਚੀਜ਼ਾਂ ਆਪਣੀ ਹੱਦ ਪਾਰ ਕਰ ਗਈਆਂ। ਗੈਸ ਸਿਲੰਡਰ ਕਿੱਥੇ ਹੈ ਜੋ ਹਰ ਘਰ ਦੀ ਜ਼ਰੂਰਤ ਹੈ, ਪੈਟਰੋਲ ਹਰ ਵਿਅਕਤੀ ਦੀ ਜ਼ਰੂਰਤ ਹੈ, ਡੀਜ਼ਲ ਕਿਸਾਨੀ ਦੀ ਜ਼ਰੂਰਤ ਹੈ। ਦੂਜੇ ਪਾਸੇ ਹਾਲਾਤ ਸਾਡੇ ਕੋਲ ਇਹ ਬਣੇ ਪਏ ਹੈ ਕਿ ਦਿੱਲੀ ਤੇ ਪੰਜਾਬ ਵਰਗੀਆਂ ਸਰਕਾਰਾਂ ਇਹ ਕਹਿ ਰਹੀਆਂ ਕਿ ਜੇ 1-2 ਦਿਨ ਸਾਨੂੰ ਕੋਲਾ ਨਾ ਆਇਆ ਤਾਂ ਸ਼ਾਇਦ ਬਲੈਕ ਆਊਟ ਹੋ ਜੇ। ਜਦੋਂ ਅਸੀਂ ਇਸ ਤਰੀਕੇ ਨਾਲ ਪਬਲਿਕ ਇੰਟਰਸਟ ਨੂੰ ਇੱਕ ਪਾਸੇ ਰੱਖ ਕੇ ਕੁਝ ਇੰਡੀਵਿਜੂਅਲ ਦੇ ਇੰਟਰਸਟ ਨੂੰ ਵਾਚਣ ਲੱਗ ਜਾਂਦੇ ਆ ਤਾਂ ਉਸ ਦੇ ਨਾਲ ਤਬਦੀਲੀ ਆਉਂਦੀ ਹੈ। ਇਸ ਕਰਕੇ ਆਪਾਂ ਕੋਈ ਪੋਲੀਟੀਕਲ ਜੋਤਸ਼ੀ ਤਾਂ ਨਹੀਂ ਹੈ ਕਿ ਕਿਸ ਕਿਸਮ ਦੀ ਤਬਦੀਲੀ ਆਊਗੀ। ਜਦੋਂ ਇੰਦਰਾ ਗਾਂਧੀ ਦਾ ਰਾਜ ਸੀ ਉਦੋਂ ਇਹ ਮੰਨਿਆ ਹੀ ਨਹੀਂ ਜਾ ਸਕਦਾ ਸੀ ਕਿ ਕੋਈ ਹੋਰ ਵਿਅਕਤੀ ਵੀ ਰਾਜ ਕਰ ਸਕਦਾ ਹੈ। ਤਾਂ ਅਸੀਂ ਦੇਖਦੇ ਹਾਂ ਕਿ ਕੋਲੀਸ਼ਨ ਦੀਆਂ ਸਰਕਾਰਾਂ ਆਈਆਂ। ਜੇ ਇਹ ਸਰਕਾਰ ਨੇ ਜਾਂ ਇਸ ਸਰਕਾਰ ਦੇ ਕੁਝ ਬੰਦਿਆਂ ਨੇ ਆਪਣੇ ਆਪ ਨੂੰ ਨਾ ਸੁਧਾਰਿਆ ਤਾਂ ਭਵਿੱਖ ਦੇ ਵਿੱਚ ਹਰ ਮੁਲਕ ਦੇ ਵਿੱਚ, ਹਰ ਡੈਮੋਕ੍ਰੇਸੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਦੇ ਵੀ ਇੱਕੋ ਵਿਚਾਰਧਾਰਾ ਜਾਂ ਇੱਕੋ ਹੀ ਵਿਅਕਤੀ ਬਣਿਆ ਨਹੀਂ ਰਹਿੰਦਾ। ਭਾਵੇਂ ਹੁਣ ਇੱਕ ਨਵਾਂ ਵਰਲਡ ਵਾਈਡ ਟ੍ਰੈਂਡ ਹੋਇਆ ਹੈ, ਉਸ ਦੇ ਵਿੱਚ ਅਸੀਂ ਮੋਦੀ ਨੂੰ ਛੱਡ ਵੀ ਦਈਏ ਤਾਂ ਜਿਹੜੀ ਧਿਰ ਤਾਕਤ ਦੇ ਵਿੱਚ ਆ ਜਾਂਦੀ ਹੈ, ਭਾਵੇਂ ਉਹ ਚਾਈਨਾ ਦਾ ਜਿਹੜਾ ਪ੍ਰੈਜ਼ੀਡੈਂਟ ਹੈ, ਪ੍ਰੀਮੀਅਰ ਹੈ, ਉਹ ਆਪਣੀ ਤਾਕਤ ਦੀ ਗੱਲ ਕਰ ਲਵੇ, ਰਸ਼ੀਆ ਦਾ ਕਰ ਲਵੇ, ਜਾਂ ਅਸੀਂ ਇੰਡੀਆ ਵਾਲੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ, ਜਿਹੜਾ ਵੀ ਤਾਕਤ ਦੇ ਵਿੱਚ ਆਉਂਦਾ ਤਾਂ ਉਹਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹਦੀ ਤਾਕਤ ਸਦਾ ਬਰਕਰਾਰ ਰਹੇ। ਇਸ ਕਰਕੇ ਇਹਨਾਂ ਦੀ ਕੋਸ਼ਿਸ਼ ਤਾਕਤ ਬਰਕਰਾਰ ਰੱਖਣੀ ਹੋਊਗੀ। ਜਿਹੜੇ ਅੰਦੋਲਨਕਾਰੀ ਹੈ ਉਹਨਾਂ ਦਾ ਮੁੱਖ ਮਕਸਦ ਭਾਵੇਂ ਤਾਕਤ ਨੂੰ ਪਲਟਣਾ ਨਹੀਂ ਹੈ, ਕਿਸਾਨੀ ਦਾ ਜਿਹੜਾ ਸਿੱਧੇ ਤੌਰ ਤੇ ਜ਼ਾਹਰਾ ਤੌਰ ਤੇ ਨਾਅਰਾ ਹੈ ਉਹ ਇਹ ਨਹੀਂ ਕਹਿੰਦੇ ਕਿ ਅਸੀਂ ਤਾਕਤ ਹਾਸਲ ਕਰਨੀ ਚਾਹੁੰਦੇ ਹਾਂ। ਉਹਨਾਂ ਦੀ ਤਾਂ ਗੁਜ਼ਾਰਿਸ਼ ਹੀ ਬਹੁਤ ਛੋਟੀ ਹੈ ਕਿ ਸਾਡੇ 3 ਕਾਨੂੰਨ ਵਾਪਸ ਲਓ, ਸਾਨੂੰ ਵੀ ਰੋਟੀ ਪਾਣੀ ਖਾਣ ਦੇ ਯੋਗ ਬਣੇ ਰਹਿਣ ਦਿਓ, ਸਾਨੂੰ MSP ਦੀ ਗਰੰਟੀ ਦੇ ਦਿਓ ਤਾਂ ਕਿ ਭਾਵੇਂ ਤਾਕਤ ਤੁਹਾਡੇ ਹੱਥ 'ਚ ਹੀ ਰਹੇ। ਪਰ ਸਰਕਾਰ ਇੰਨਾ ਵੀ ਦੇਣ ਨੂੰ ਤਿਆਰ ਨਹੀਂ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਇਹ ਅੰਦੋਲਨ ਹੈ ਸਰਕਾਰ ਨੂੰ ਪਲਟਣ ਵਾਸਤੇ, ਬਹੁਤ ਛੋਟਾ ਅੰਦੋਲਨ ਹੈ, ਇੱਕ ਹਿੱਸੇ ਦਾ ਅੰਦੋਲਨ ਹੈ। ਪਰ ਜੇ ਇਸ ਅੰਦੋਲਨ ਨੂੰ ਸਪੇਸ ਨਹੀਂ ਮਿਲੂਗਾ ਤਾਂ ਰਾਜਨੀਤਿਕ ਪਾਰਟੀਆਂ ਦੀ ਕੰਸੋਲੀਡੇਸ਼ਨ ਵਾਸਤੇ ਇੱਕ ਪਲੇਟਫਾਰਮ ਜ਼ਰੂਰ ਬਣ ਸਕਦਾ ਹੈ। ਇਸ ਕਰਕੇ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਜੇ ਕੋਲੀਸ਼ਨ ਦੀ ਸਰਕਾਰ ਕਾਂਗਰਸ ਨੂੰ ਬਦਲ ਸਕਦੀ ਹੈ ਤਾਂ ਇਸ ਕਿਸਮ ਦੀਆਂ ਸੰਭਾਵਨਾਵਾਂ ਡੈਮੋਕ੍ਰੇਸੀ ਵਿੱਚ ਸਦਾ ਹੀ ਬਣੀਆਂ ਰਹਿੰਦੀਆਂ। ਜੀ, ਸ਼ੁਕਰੀਆ ਸੰਧੂ ਸਾਹਿਬ, ਧੰਨਵਾਦ ਤੁਹਾਡਾ। ਹਾਂ, ਧੰਨਵਾਦ ਜੀ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਸਤਨਾਮ ਸਿੰਘ ਸੰਧੂ। ਪ੍ਰਧਾਨ ਮੰਤਰੀ ਮੋਦੀ ਹੋਰਾਂ ਦੇ ਸਿਆਸਤ ਦੇ ਵਿੱਚ 20 ਸਾਲ ਲਗਾਤਾਰ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪੂਰੇ ਹੋ ਚੁੱਕੇ ਨੇ, ਪਰ ਇਹਦੇ ਵਿੱਚ ਕਿੱਥੇ ਨਾਕਾਮੀਆਂ ਰਹੀਆਂ ਤੇ ਕਿਹੜੀਆਂ ਪ੍ਰਾਪਤੀਆਂ, ਉਹ ਚਰਚਾ ਕੀਤੀ ਅਸੀਂ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।